ਸਤਿ ਸ਼੍ਰੀ ਅਕਾਲ। ਲੋਕਰਾਣ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਮੌਜੂਦ ਨੇ ਪਰਮਿੰਦਰ ਸਿੰਘ ਰਾਏਪੁਰ। ਖਬਰਾਂ ਟੌਪ ਦੀਆਂ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਦੇ ਹਾਂ। ਖਾਸ ਕਰਕੇ ਜਦੋਂ ਪੰਜਾਬ ਦੀ ਅਸੀਂ ਇਸ ਨਵੇਂ ਬਣ ਰਹੇ ਮਾਹੌਲ ਨੂੰ ਸਮਝਦੇ ਹਾਂ ਤਾਂ ਰਾਜਨੀਤਿਕ ਪੱਖ ਤੋਂ ਜਿਹੜੇ ਧਾਰਮਿਕ ਪੱਖ ਨੇ ਉਹ ਸਾਡੇ ਪੰਜਾਬ ਦੇ ਲੋਕਾਂ ਲਈ ਹੁਣ ਅਹਿਮ ਇੱਕ ਸਥਾਨ ਰੱਖਦੇ ਜਾ ਰਹੇ ਨੇ। ਭਾਵੇਂ ਵਿਚਾਰਧਾਰਾਵਾਂ ਦਾ ਟਕਰਾਅ ਹੈਗਾ, ਹਰ ਇੱਕ ਬੰਦੇ ਦੇ ਅਲੱਗ-ਅਲੱਗ ਆਪਣੇ ਵਿਚਾਰ ਨੇ, ਪਰ ਇਹ ਵਿਚਾਰ ਹੁਣ ਖਾਸ ਕਰਕੇ ਜਦੋਂ ਤੋਂ ਨਿਊ ਮੀਡੀਆ ਸੋਸ਼ਲ ਮੀਡੀਆ ਆਇਆ ਉਦੋਂ ਤੋਂ ਟਕਰਾਵਾਂ ਦਾ ਰੂਪ ਧਾਰਨ ਕਰ ਗਏ। ਜਿਵੇਂ ਅੰਮ੍ਰਿਤਪਾਲ ਹੋਰਾਂ ਵੱਲੋਂ ਖਾਲਸਾ ਵਹੀਰ ਸ਼ੁਰੂ ਕੀਤੀ ਗਈ, ਉਸ ਪ੍ਰਚਾਰਕ ਵਹੀਰ ਦੇ ਦੌਰਾਨ ਜਿਸ ਤਰ੍ਹਾਂ ਦੇ ਐਕਸ਼ਨ ਅੱਗੇ ਹੈਗੇ ਨੇ ਕਿ ਗੁਰੂ ਘਰਾਂ ਦੇ ਵਿੱਚ ਜਿਹੜੀ ਸਿਟਿੰਗਸ ਲੱਗੀਆਂ ਹੋਈਆਂ ਨੇ, ਭਾਵੇਂ ਦਰਬਾਰ ਸਾਹਿਬ ਦੇ ਅੰਦਰ ਨੇ, ਲੰਗਰ ਹਾਲ ਦੇ ਵਿੱਚ ਅੰਦਰ ਨੇ, ਉਹ ਸਹਿਣਯੋਗ ਹੈ। ਅਸੀਂ ਏਦਾਂ ਸਹਿਣ ਨਹੀਂ ਕਰਾਂਗੇ। ਇਸੇ ਮਾਮਲੇ ਬਾਬਤ ਗੱਲਬਾਤ ਕਰਨ ਦੇ ਲਈ ਤੇ ਹੋਰ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਪਰਮਿੰਦਰ ਜੀ ਜੁੜੇ ਹੋਏ ਨੇ। ਪਰਮਿੰਦਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਸ਼ੁਕਰੀਆ ਜੀ, ਧੰਨਵਾਦ ਗੁਰਜਿੰਦਰ ਜੀ। ਜੀ ਪਰਮਿੰਦਰ ਜੀ, ਜਿਸ ਤਰ੍ਹਾਂ ਹੁਣ ਗੁਰੂ ਘਰਾਂ ਦੇ ਵਿੱਚ ਜਿਹੜੀ ਸੀਟਿੰਗਸ ਹੈਗੀਆਂ ਸੀ ਬੈਠਣ ਦੇ ਲਈ, ਦਰਬਾਰ ਸਾਹਿਬ ਦੇ ਅੰਦਰ ਵੀ ਮੌਜੂਦ ਸੀ ਤੇ ਦੂਜੇ ਪਾਸੇ ਲੰਗਰ ਹਾਲ ਦੇ ਵਿੱਚ ਵੀ ਮੌਜੂਦ ਸੀ, ਉਹਨਾਂ ਨੂੰ ਉੱਥੋਂ ਤੋਂ ਹਟਾਉਣ ਦੀਆਂ ਹੁਣ ਗੱਲਾਂ ਬਾਤਾਂ ਚੱਲ ਰਹੀਆਂ ਨੇ। ਕਈ ਥਾਂ ਦੇ ਉੱਤੇ ਉਹ ਸੀਟਿੰਗਸ ਹਟਾਈ ਵੀ ਗਈਆਂ ਨੇ, ਕਿਹਾ ਕੁਛ ਠੀਕ ਨਹੀਂ ਹੈਗਾ। ਦੇਖੋ, ਜਦੋਂ ਕਿਸੇ ਬੰਦੇ ਨੂੰ ਕੋਈ ਜਿਹੜੀ ਚੀਜ਼ ਉਹ ਪਬਲਿਸਿਟੀ ਕਹਿ ਲਓ ਜਾਂ ਜਿਹੜੀ ਚੀਜ਼ ਉਹਦੇ ਮਨ ਦੀ ਇੱਛਾ ਜਦੋਂ ਪੂਰੀ ਨਾ ਹੋ ਰਹੀ ਹੋਵੇ ਨਾ, ਫਿਰ ਉਹ ਕੋਈ ਇੱਦਾਂ ਦਾ ਮੁੱਦਾ ਭਾਲਦਾ ਹੁੰਦਾ ਬੰਦਾ ਵੀ ਮੈਂ ਕਿਤੇ ਨਾ ਕਿਤੇ ਜਿਹੜੀ ਪਬਲਿਸਿਟੀ ਸੀ ਜਾਂ ਜੋ ਮੇਰਾ ਰੁਝਾਨ ਚੱਲ ਰਿਹਾ ਸੀਗਾ ਜਾਂ ਚਰਚਾਵਾਂ ਚੱਲ ਰਹੀਆਂ ਸੀਗੀਆਂ ਮੇਰੇ ਬਾਰੇ, ਜਾਂ ਮੈਂ ਜਿੱਥੇ ਪਹੁੰਚਣਾ ਚਾਹੁੰਦਾ ਸੀ ਉੱਥੇ ਥੋੜਾ ਢਿੱਲ ਆ ਗਈ, ਤਾਂ ਉਹ ਇੱਦਾਂ ਦੇ ਮੁੱਦੇ ਜਿਹੜੇ ਵਿਵਾਦਿਤ ਹੁੰਦੇ ਨੇ ਉਹਨਾਂ ਨੂੰ ਜਨਮ ਦੇ ਲੈਂਦਾ ਹੈ, ਜਿਨ੍ਹਾਂ ਦੇ ਉੱਪਰ ਕੋਈ ਲੌਜਿਕ ਭਾਵੇਂ ਕੋਈ ਨਹੀਂ ਹੁੰਦਾ, ਤਰਕ ਨਹੀਂ ਕੋਈ ਕਰਨਾ ਜਾਂ ਤਰਕ ਕੋਈ ਉਹਦੇ ਤੇ ਫਿੱਟ ਨਹੀਂ ਆ ਰਿਹਾ ਹੁੰਦਾ, ਲੇਕਿਨ ਉਹਨੂੰ ਪਤਾ ਹੁੰਦਾ ਕਿ ਇਹ ਮੁੱਦਾ ਬਣ ਸਕਦਾ, ਵੱਡਾ ਬਣ ਸਕਦਾ, ਮੇਰਾ ਨਾਮ ਅੱਗੇ ਆ ਸਕਦਾ ਤੇ ਅਸੀਂ ਇਹਦੇ ਤੇ ਕੰਮ ਕਰਾਂਗੇ ਤੇ ਮੇਰਾ ਚਰਚਾਵਾਂ ਜਿਹੜੀਆਂ ਮੈਂ ਚਾਹੁੰਦਾ ਸੀਗਾ ਉਹ ਦੁਬਾਰੇ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ। ਸੋ ਜਿਹੜੀ ਵਹੀਰ ਵਗੈਰਾ ਤੋਰੀ ਹੋਈ ਹੈ, ਜਿੱਦਾਂ ਉਹਦਾ ਮਕਸਦ ਕੀ ਸੀ ਵਹੀਰ ਦਾ, ਇੱਕ ਤਾਂ ਸ਼ਾਇਦ ਹੋ ਸਕਦਾ ਮੈਨੂੰ ਨਾ ਪਤਾ ਹੋਵੇ, ਪਰ ਮੈਨੂੰ ਲੱਗਦਾ ਕਿ ਬਹੁਤੇ ਜ਼ਿਆਦਾ ਲੋਕਾਂ ਨੂੰ ਕਲੀਅਰ ਵੀ ਨਹੀਂ ਹੋਊਗਾ ਕਿ ਵਹੀਰ ਦਾ ਮਕਸਦ ਕੀ ਆ। ਅਸਲ ਦੇ ਪਿੱਛੇ ਇਹਦੇ ਪਿਛਲੇ ਜਿਹੜੇ ਪਰਦੇ ਪਿੱਛੇ ਕੁਝ ਮੋਟਿਵਸ ਹੁੰਦੇ ਨੇ, ਕੁਝ ਆਪਣੇ ਆਪਾਂ ਕਹਿ ਲਓ ਏਮ ਹੁੰਦੇ ਨੇ ਜਾਂ ਅਚੀਵਮੈਂਟਸ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਸੀਂ, ਵੀ ਉੱਥੇ ਤੱਕ ਪਹੁੰਚਣਾ, ਕੋਈ ਮੰਜ਼ਿਲ ਮੁਕਾਮ ਹੁੰਦੇ ਨੇ, ਉਹ ਚੀਜ਼ਾਂ ਲੁਕੀਆਂ ਹੋਈਆਂ ਨੇ, ਹਲੇ ਪਰਦੇ ਦੇ ਪਿੱਛੇ ਹੀ ਨੇ। ਉਹਨਾਂ ਨੂੰ ਜਾਂ ਤਾਂ ਉਜਾਗਰ ਕਰਿਆ ਜਾਂਦਾ ਤੇ ਜਾਂ ਉਹਨਾਂ ਬਾਬਤ ਕੋਈ ਬੁੱਧੀਜੀਵੀਆਂ ਨਾਲ ਬੈਠ ਕੇ ਜਾਂ ਕੋਈ ਆਪਾਂ ਕਹਿ ਲਓ ਜਿਹੜਾ ਜਿੱਦਾਂ ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ, ਇੱਦਾਂ ਦੀਆਂ ਜਿਹੜੀਆਂ ਮਿਲ ਬੈਠ ਕੇ ਗੱਲਾਂ ਹੁੰਦੀਆਂ ਨੇ, ਜਾਂ ਕਹਿ ਲਓ ਕਿ ਪੰਥ ਖਾਲਸਾ ਪੰਥ ਦਾ ਕੋਈ ਇਕੱਠ ਸੱਦਣਾ ਹੁੰਦਾ ਜਿਹਦੇ ਵਿੱਚ ਪੰਥਕ ਫੈਸਲੇ ਜਾਂ ਪੰਥਕ ਵਿਚਾਰ ਚਰਚਾਵਾਂ ਹੁੰਦੀਆਂ ਨੇ, ਜਿਨ੍ਹਾਂ ਦੇ ਉੱਤੇ ਭਵਿੱਖ ਦੇ ਵਿੱਚ ਕੰਮ ਕਰਨਾ ਹੁੰਦਾ ਔਰ ਹੁਣ ਤਾਈਆਂ ਨੂੰ ਦੂਰ ਕਰਨਾ, ਉਹਨਾਂ ਦੇ ਹੱਲ ਵਾਜਬ ਹੱਲ ਜਿਹੜੇ ਹੈਗੇ ਉੱਥੋਂ ਨਿਕਲਦੇ ਨੇ, ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਸੀ। ਕੋਈ ਇਜਲਾਸ ਸੱਦੇ ਜਾਣੇ ਚਾਹੀਦੇ ਸੀ ਤੇ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਲੋਕਾਂ ਦੇ ਵਿੱਚ ਆਹ ਗੱਲ ਪ੍ਰਚਲਿਤ ਹੈਗੀ ਆ, ਲੇਕਿਨ ਇਹ ਮਰਿਆਦਾ ਜਾਂ ਗੁਰੂ ਸਾਹਿਬ ਦੀ ਕਿਤੇ ਨਾ ਕਿਤੇ ਬੇਅਦਬੀ ਲੱਗਦੀ ਹੈ, ਮਹਿਸੂਸ ਕਰਦੀ ਹੈ ਸੰਗਤ, ਤਾਂ ਇਹਨੂੰ ਹੱਲ ਕਰਨਾ ਜਾਂ ਇਹਨੂੰ ਹਰ ਚੀਜ਼ ਨੂੰ ਹਟਾਉਣਾ ਜਾਂ ਪਾਸੇ ਕਰਨਾ, ਲਾਂਭੇ ਕਰਨਾ, ਉਹ ਵਾਜਬ ਹੱਲ ਕੋਈ ਨਿਕਲ ਕੇ ਉੱਥੋਂ ਆ ਸਕਦਾ ਸੀਗਾ। ਲੇਕਿਨ ਉਹ ਚੀਜ਼ਾਂ ਕਰੀਆਂ ਨਹੀਂ ਗਈਆਂ ਕਿਉਂਕਿ ਵਨ ਮੈਨ ਆਰਮੀ ਸ਼ੋਅ ਬਣਿਆ ਹੋਇਆ ਜਿਹੜਾ ਲੱਗਦਾ ਨਜ਼ਰ ਆ ਰਿਹਾ ਉਹ ਪੰਜਾਬ ਦੇ ਵਿੱਚ, ਕਿ ਬਣਨਾ ਚਾਹੁੰਦਾ ਕਿ ਅਸੀਂ ਹੀਰੋ ਅਸੀਂ ਉਹ ਰਹੀਏ, ਸਾਡਾ ਹੀ ਨਾ ਹੋਵੇ, ਤੇ ਮੁੱਦੇ ਹੀ ਨੇ ਛੇੜੇ ਜਾਂਦੇ ਨੇ। ਹੁਣ ਨਵਾਂ ਮੁੱਦਾ ਜਿਹੜਾ ਹੈਗਾ ਬੇਅਦਬੀ ਦੇ ਨਾਂ ਦੇ ਉੱਤੇ ਬੈਂਚ ਹਟਾਉਣ ਦਾ, ਜਿਹੜੇ ਅੰਦਰ ਲੱਗੇ ਹੁੰਦੇ ਨੇ, ਸੰਗਤ ਵਾਸਤੇ ਹੈ, ਸੰਗਤ ਦੀ ਸੁਵਿਧਾ ਵਾਸਤੇ ਹੈ, ਸਹੂਲਤ ਵਾਸਤੇ ਹੈ, ਤੇ ਉਹ ਜੇ ਕੋਈ ਬਿਮਾਰ ਹੈ, ਨਹੀਂ ਚੌਂਕੜਾ ਵੱਜਦਾ ਜਾਂ ਬੈਠ ਨਹੀਂ ਸਕਦਾ, ਜਦੋਂ ਸੰਗਤ ਦੇ ਵਿੱਚ ਕੋਈ ਇਸ ਤਰ੍ਹਾਂ ਕੋਈ ਵੀ ਬੰਦਾ ਹੈ, ਮੈਂ ਤੁਸੀਂ ਹੋ ਜਾਂ ਹੋ, ਕੋਈ ਬਿਮਾਰ ਹੈ, ਪੇਸ਼ੈਂਟ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ, ਹਰ ਇੱਕ ਬੰਦਾ ਕੋਈ ਨਾ ਕੋਈ ਮਕਸਦ ਲੈ ਕੇ ਗੁਰੂ ਘਰ ਆ ਰਿਹਾ ਹੈ, ਕੋਈ ਇੱਛਾ ਪੂਰੀ ਹੋ ਗਈ ਕਿਸੇ ਦੀ, ਕਿਸੇ ਨੇ ਪੂਰੀ ਕਰਨੀ ਹੈ, ਕੋਈ ਅਰਦਾਸ ਕਰਨੀ ਹੈ, ਕੋਈ ਕੁਛ ਕਰਨੀ ਹੈ, ਅੰਦਰ ਕੁਛ ਨਾ ਕੋਈ ਲੋਭ ਲਾਲਚ ਜੋ ਵੀ ਹੈ ਇੱਛਾ ਛੁਪੀ ਹੁੰਦੀ ਹੈ। ਹੁਣ ਜਿਹੜਾ ਬੰਦਾ ਤੰਗ ਪਰੇਸ਼ਾਨ ਹੈਗਾ, ਗੁਰਦੁਆਰੇ ਆ ਰਿਹਾ ਹੈ ਜਾਂ ਸੰਗਤ ਵਿੱਚ ਆ ਰਿਹਾ ਹੈ, ਜਾਂ ਉਹਦੇ ਕੋਲ ਟਾਈਮ ਹੈ ਜਾਂ ਸੰਗਤ ਵਿੱਚ ਬੈਠ ਕੇ ਉਹ ਗੁਰਬਾਣੀ ਸੁਣਨਾ, ਪੜ੍ਹਨਾ ਜਾਂ ਸਮਝਣਾ ਚਾਹੁੰਦਾ ਹੈ, ਤੇ ਲੇਕਿਨ ਸਰੀਰਕ ਪੱਖੋਂ ਕਿਤੇ ਨਾ ਕਿਤੇ ਕਮਜ਼ੋਰੀ ਹੈ, ਕੋਈ ਮਜਬੂਰੀ ਹੈ, ਨਹੀਂ ਨੀਚੇ ਬੈਠਿਆ ਜਾਂਦਾ,
ਤੇ ਉਹ ਸਹੂਲਤ ਲਈ ਬੈਂਚ ਯੂਜ਼ ਕਰ ਲੈਂਦਾ ਹੈ, ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਉਹ ਬੇਅਦਬੀ ਕਰਨ ਆ ਰਿਹਾ ਜਾਂ ਬੇਅਦਬੀ ਮੰਨੀ ਜਾਵੇ, ਕਿਉਂਕਿ ਆ ਤਾਂ ਉਹ ਗੁਰੂ ਦੀ ਸ਼ਰਨ 'ਚ ਰਿਹਾ। ਜਿਸ ਬੰਦੇ ਨੇ ਬੇਅਦਬੀ ਕਰਨੀ ਹੁੰਦੀ ਹੈ ਉਹ ਕਿਹੜਾ ਇਸ ਤਰ੍ਹਾਂ ਆਊਗਾ ਕਿ ਆ ਕੇ ਉੱਥੇ ਸੰਗਤ 'ਚ ਬੈਠੂਗਾ ਤੇ ਬੈਠ ਕੇ ਭਜਨ ਬੰਦਗੀ ਸੁਣੂਗਾ ਜਾਂ ਗੁਰਬਾਣੀ ਸੁਣੂਗਾ ਜਾਂ ਕਥਾ ਸੁਣੂਗਾ, ਕੀਰਤਨ ਸੁਣੂਗਾ। ਉਹਦਾ ਆਪਣਾ ਮਕਸਦ ਪੂਰਾ ਕਰਨ ਆਊਗਾ। ਤਾਂ ਜਦੋਂ ਐਂਟਰੀ ਹੁੰਦੀ ਉੱਥੋਂ ਤੋਂ ਲੈ ਕੇ ਐਂਡ ਤੱਕ, ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਹੁੰਦਾ ਗੁਰੂ ਸਾਹਿਬ ਦਾ, ਉੱਥੋਂ ਤੱਕ ਉਹਨੇ ਤਾਂ ਇਹੀ ਸੋਚਣਾ ਕਿ ਮੈਂ ਕਿਵੇਂ ਨਾ ਕਿਵੇਂ ਬੇਅਦਬੀ ਕਰ ਦੇਵਾਂ। ਦਰਬਾਰ ਸਾਹਿਬ 'ਚ ਬੰਦਾ ਚਲਾ ਗਿਆ ਸੀ ਬੇਅਦਬੀ ਕਰਨ ਦਾ। ਉਹਨਾਂ ਦੇ ਮਕਸਦ ਹੋਰ ਹੁੰਦੇ ਨੇ। ਤੇ ਬੈਂਚ ਲਾ ਕੇ ਬੈਠਣਾ ਕੋਈ ਬਰਾਬਰੀ ਥੋੜੀ ਹੁੰਦੀ ਹੈ। ਪਹਿਲੀ ਤਾਂ ਗੱਲ ਇਹੀ ਹੈ ਕਿ ਬਰਾਬਰੀ ਥੋੜੀ ਹੁੰਦੀ ਹੈ। ਤਾਂ ਬੈਠਾ ਨੀਚੇ ਬੈਠਾ ਬੰਦਾ ਥੋੜੀ ਉਚਾਈ ਲੈ ਲਈ ਉਹਨੇ, ਤੇ ਜੇ ਉਹ ਗੋਡੇ ਨਹੀਂ ਮੁੜਦੇ ਉਹਦੇ ਜਾਂ ਕੋਈ ਹੋਰ ਪ੍ਰੋਬਲਮ ਹੈ, ਜੇ ਬੈਠ ਨਹੀਂ ਸਕਦਾ, ਤਾਂ ਉਹ ਉਸ ਮਕਸਦ ਵਾਸਤੇ ਲਾਏ ਗਏ ਆ। ਦੂਜਾ ਮੇਰਾ ਖਿਆਲ ਹੈ ਜੇ ਇਸ ਤਰ੍ਹਾਂ ਦੀਆਂ ਢੁੱਚਰਾਂ ਅੜਾਈਆਂ ਜਾਣਗੀਆਂ ਨਾ, ਉਹ ਗੁਰਬਾਣੀ ਤੋਂ ਤਾਂ ਪਹਿਲਾਂ ਹੀ ਲੋਕਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਐਡੇ ਐਡੇ ਅਡੰਬਰ ਪਖੰਡ ਜੇ ਰਚ ਕੇ ਤੁਸੀਂ ਆਹ ਨਹੀਂ ਕਰਨਾ, ਤੁਸੀਂ ਉਹ ਨਹੀਂ ਕਰਨਾ, ਬੇਅਦਬੀ ਦਾ ਨਾਂ ਠੋਕ ਦਿਆ ਜਾਂਦਾ ਹੈ ਤੇ ਗੁਰਬਾਣੀ ਪੜ੍ਹਨ ਤੋਂ ਰੋਕ ਦਿਆ ਜਾਂਦਾ ਹੈ। ਇਹ ਵੀ ਮੈਨੂੰ ਲੱਗਦਾ ਕਿ ਇੱਕ ਉਹਨਾਂ ਲੋਕਾਂ ਲਈ ਰੋਕਣਾ ਹੀ ਹੈ, ਇੱਕ ਤਰ੍ਹਾਂ ਦੀ ਰੋਕ ਹੀ ਹੈ ਕਿ ਜਿਹੜੇ ਬੰਦੇ ਉੱਥੇ ਬੈਠ ਨਹੀਂ ਸਕਦੇ, ਨੀਚੇ ਚੌਂਕੜਾ ਮਾਰ ਕੇ ਨਹੀਂ ਬੈਠ ਸਕਦੇ। ਹੁਣ ਆਉਂਦੇ ਤਾਂ ਲੋਕ ਉੱਥੇ ਦੁੱਖ ਦੂਰ ਕਰਾਉਣ ਆਉਂਦੇ ਨੇ, ਮਕਸਦ ਲੈ ਕੇ ਤਾਂ ਆਉਂਦੇ ਹੀ ਨੇ, ਅੰਦਰ ਭਾਵਨਾ ਹੁੰਦੀ ਹੈ ਉਹਨਾਂ ਦੀ। ਤੇ ਜੇ ਉੱਥੇ ਆ ਕੇ ਵੀ ਉਹਨਾਂ ਨੂੰ ਆਰਾਮ ਨਾ ਮਿਲੇ ਜਾਂ ਬੈਠ ਨਾ ਮਿਲੇ, ਤਕਲੀਫ ਦੇ ਵਿੱਚ ਹੀ ਰਹਿਣ ਉਹ, ਤੇ ਉਹ ਕੀ ਗੁਰਬਾਣੀ ਸੁਣਨਗੇ ਜਾਂ ਕੀ ਉਹ ਕਥਾ ਸੁਣਨਗੇ ਜਾਂ ਕੀ ਕੀਰਤਨ ਸੁਣਨਗੇ, ਕੀ ਮਨ ਲੱਗੂਗਾ ਉਹਨਾਂ ਦਾ। ਸਭ ਤੋਂ ਪਹਿਲਾਂ ਤਾਂ ਸਰੀਰਕ ਤੌਰ ਤੇ ਮੰਨਿਆ ਜਾਂਦਾ ਨਾ ਕਿ ਸਰੀਰ ਜੇ ਥੋੜਾ ਬਹੁਤਾ ਕਸ਼ਟ ਤੋਂ ਰਹਿਤ ਹੈਗਾ ਤਾਂ ਹੀ ਉਹ ਮਨ ਲਾਊਗਾ। ਜੇ ਬੰਦੇ ਦਾ ਸਰੀਰ ਹੀ ਦੁੱਖ ਰਿਹਾ ਉਹਦਾ ਮਨ ਕੀ ਲੱਗਣਾ। ਫਿਰ ਤਾਂ ਪਹਿਲਾਂ ਧੂਣੀਆਂ ਤਾਪਦੇ ਸੀਗੇ, ਤਪ ਕਰਦੇ ਸੀਗੇ, ਪੁੱਠੇ ਲਟਕਦੇ ਸੀਗੇ, ਜਿਨ੍ਹਾਂ ਦਾ ਖੰਡਨ ਕੀਤਾ ਹੈ ਗੁਰਬਾਣੀ। ਜੇ ਸਰੀਰ ਨੂੰ ਕਸ਼ਟ ਦੇ ਕੇ ਤੁਸੀਂ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ, ਗੁਰਬਾਣੀ ਸਾਫ਼ ਕਹਿੰਦੀ ਹੈ। ਤੇ ਜੇ ਇੱਥੇ ਕਸ਼ਟ ਲਈ ਬੈਠਾ ਸਰੀਰਕ ਤੌਰ ਤੇ ਬੰਦਾ, ਤੇ ਕੀ ਗੁਰਬਾਣੀ ਸੁਣੂਗਾ ਉਹ? ਜੇ ਇੱਥੇ ਆ ਕੇ 2 ਘੜੀ ਆਰਾਮ ਕਰਕੇ ਬੈਠ ਜਾਂਦਾ ਕਿ ਮੈਨੂੰ ਆਰਾਮ ਹੈਗਾ, ਬੈਠ ਕੇ ਸੁਣ ਸਕਦਾ, ਮੈਂ ਪੜ੍ਹ ਸਕਦਾ ਜਾਂ ਕੀਰਤਨ ਸੁਣ ਸਕਦਾ, ਤਾਂ ਪ੍ਰੋਬਲਮ ਕੀ ਹੈ? ਸੋ ਉਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਸਿਰਫ ਤੇ ਸਿਰਫ ਉਹਨਾਂ ਲੋਕਾਂ ਨੂੰ ਦੂਰ ਕਰ ਰਹੀਆਂ ਨੇ ਜਿਹੜੀਆਂ ਪਹਿਲਾਂ ਵੀ ਇਹ ਹੋਇਆ। ਕਿਸੇ ਦੇ ਨਾਂ ਤੇ ਕਦੇ ਕੁਛ ਹੋ ਜਾਏ, ਕਦੇ ਕਿਸੇ ਕੁਛ ਕਹਿ ਦਿੰਦੇ, ਕਦੇ ਕਹਿ ਦਿੰਦੇ ਇਹ ਨਾ ਕਰੋ ਜੀ, ਉੱਥੇ ਇਹ ਨਾ ਕਰੋ ਜੀ, ਬੰਦਸ਼ਾਂ ਲਾਈਆਂ ਜਾਂਦੀਆਂ ਨੇ। ਜਦ ਨਾਲੇ ਕਹੀ ਜਾਂਦੇ ਕਿ ਬੰਧਨ ਤੋਂ ਰਹਿਤ ਹੈ, ਸਿੱਖ ਧਰਮ ਨੂੰ ਮੰਨਿਆ ਜਾਂਦਾ ਕਿ ਇਹਦੇ ਵਿੱਚ ਬੰਨਣ ਕੋਈ ਨਹੀਂ ਹੈ। ਫੇਰ ਵੀ ਏਦਾਂ ਦੀਆਂ ਬੰਦਸ਼ਾਂ ਇਹਨਾਂ ਵੱਲੋਂ ਤਿਆਰ ਕਰਕੇ ਉੱਥੇ ਥੋਪ ਦਿੱਤੀਆਂ ਜਾਂਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ। ਹੁਣ ਜੇ ਗੱਲ ਕਰਦੇ ਹੋ ਕਿ ਕਹਿੰਦੇ ਜੀ ਥੱਲੇ ਬੈਠ ਜਾਓ, ਥੱਲੇ ਬੈਠ ਕੇ ਜੇ ਟੋਆ ਪੱਟ ਲਓ, ਜੇ ਮਹਾਰਾਜ ਦਾ ਪ੍ਰਕਾਸ਼ ਨੀਚੇ ਹੈ ਤਾਂ ਆਪ ਟੋਆ ਪੱਟ ਕੇ ਬੈਠ ਜਾਓ। ਕੋਈ ਟੋਆ ਪੱਟ ਕੇ ਬੈਠਾ ਤਾਂ ਦੇਖਿਆ ਨਹੀਂ ਕਦੇ। ਤੇ ਫਿਰ ਵੀ ਜੇ ਗੱਲ ਕਰੀਏ ਤਾਂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੁੰਦਾ ਹੈ ਉਹ ਕਿਤੇ ਥੜੇ ਦੇ ਉੱਤੇ ਜਾਂ ਬੈੱਡ ਦੇ ਉੱਤੇ, ਉੱਚੇ ਦੇ ਉੱਤੇ, ਉਹਦੇ ਉੱਪਰ ਪੀੜਾ, ਉਹਦੇ ਉੱਪਰ ਫਿਰ ਪ੍ਰਕਾਸ਼ ਕਰਿਆ ਜਾਂਦਾ। ਉਹਨਾਂ ਦੀ ਉਚਾਈ ਬਹੁਤ ਹੈ। ਏਦਾਂ ਤਾਂ ਫਿਰ ਤਾਬਿਆਂ ਬੈਠਾ ਜਿਹੜਾ ਪਾਠ ਕਰ ਰਿਹਾ ਖੁਦ, ਉਹ ਵੀ ਤਾਂ ਉੱਥੇ ਹੀ ਬੈਠ ਕੇ ਕਰ ਰਿਹਾ, ਉੱਥੇ ਹੀ ਚੜ ਰਿਹਾ ਉੱਥੇ। ਤੇ ਫਿਰ ਬੇਅਦਬੀ ਫਿਰ ਤੁਸੀਂ ਕੀ ਸੰਗਤ ਸੁਣ ਰਹੀ ਹੈ ਜਿਹੜੀ ਉਹਦੇ ਲਈ ਉਹ ਬੇਅਦਬੀ ਹੁੰਦੀ ਹੈ? ਇਹ ਤਾਂ ਮਤਲਬ ਮਰਿਆਦਾ ਦੇ ਵਿੱਚ ਹੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਤੋਂ ਮਰਿਆਦਾ ਬਣਾਈ ਗਈ, ਜੇ ਕਹਿ ਲਓ ਤੁਰੀ ਆ ਰਹੀ ਹੈ, ਰਵਾਇਤ ਕਹਿ ਲਓ, ਕੁਛ ਵੀ ਹੈ, ਉਹਦੇ ਵਿੱਚ ਵੀ ਬਕਾਇਦਾ ਤੌਰ ਤੇ ਲਿਖਿਆ ਹੋਇਆ ਵੀ ਜਦੋਂ ਕਿਤੇ ਮਹਾਰਾਜ ਦਾ ਸਰੂਪ ਤੁਸੀਂ ਲੈ ਕੇ ਜਾਂਦੇ ਹੋ, ਪਰ ਕਿਤੇ ਪ੍ਰਕਾਸ਼ ਕਰਨਾ ਹੈ ਜਾਂ ਕਿਤੇ ਸੁਸ਼ੋਭਿਤ ਕਰਨਾ ਆ, ਜੇ ਤੁਹਾਨੂੰ ਲੱਗਦਾ ਕੋਈ ਔਕੜ ਹੈ, ਤੁਸੀਂ ਨੰਗੇ ਪੈਰ ਨਹੀਂ ਚੱਲ ਸਕਦੇ, ਕੋਈ ਰਸਤੇ ਦੇ ਵਿੱਚ ਇਸ ਤਰ੍ਹਾਂ ਦੀ ਰੁਕਾਵਟ ਪੈਦਾ ਹੋ ਰਹੀ ਹੈ, ਨੰਗੇ ਪੈਰ ਨਹੀਂ ਚਲਾ ਜਾਂਦਾ, ਤਾਂ ਸਰੀਰਕ ਤੌਰ ਤੇ ਜੇ ਤੁਹਾਨੂੰ ਕਸ਼ਟ ਮਹਿਸੂਸ ਹੋ ਰਿਹਾ ਤਾਂ ਭਰਮ ਨਹੀਂ ਕਰਨਾ, ਜੋੜਾ ਵੀ ਪਹਿਨਿਆ ਜਾ ਸਕਦਾ ਹੈ। ਮੰਨਦੇ ਹੋ ਇਸ ਗੱਲ ਨੂੰ? ਉਹ ਰਹਿਤ ਮਰਿਆਦਾ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੀ ਪੁਸਤਕ ਹੈ, ਉਹਦੇ ਚ ਲਿਖਿਆ ਹੋਇਆ ਹੈ। ਤੇ ਫਿਰ ਉੱਥੇ ਬੇਅਦਬੀ ਉਹ ਨਹੀਂ ਬੇਅਦਬੀ ਹੋਊਗੀ। ਜੇ ਬੇਅਦਬੀ ਦਾ ਹੀ ਤੁਸੀਂ ਗੱਲ ਕਰਦੇ ਹੋ ਤਾਂ ਉਹ ਤਾਂ ਸਾਰੇ ਪੱਖ ਦੇਖਣੇ ਪੈਣੇ ਆ ਨਾ। ਇਹ ਤਾਂ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਹੋਰ ਦੂਰ ਕਰਨ ਵਾਸਤੇ ਇੱਕ ਟਕਵੰਜ ਹੋਰ ਰਚ ਦਿੱਤਾ ਗਿਆ ਕਿ ਇਹ ਇੱਥੇ ਵੀ ਨਾ, ਜਿਹੜੇ ਵੱਡੇ ਸੰਤ ਮਹਾਂਪੁਰਸ਼ ਜਿਹੜੇ ਕਹਾਉਂਦੇ ਨੇ ਬੰਦੇ, ਸੋ ਕਾਲਡ ਕਹਿ ਲਓ, ਜੋ ਵੀ ਹੈਗਾ, ਅਖੌਤੀ ਕਹਿ ਲਓ, ਜਾਂ ਜਿੱਦਾਂ ਵੀ ਕਿਸੇ ਦੀ ਕੋਈ ਸ਼ਰਧਾ ਰੱਖਦਾ ਅਗਲਾ ਉਦਾਂ ਮੰਨਦਾ, ਉਹ ਵੀ ਤਾਂ ਸੋਫੇ ਕੁਰਸੀਆਂ ਲਾ ਕੇ ਬੈਠ ਰਹੇ ਨੇ। ਠੀਕ ਹੈ, ਪ੍ਰਕਾਸ਼ ਸਿੰਘ ਬਾਦਲ ਹੋਣੀ ਬੈਠਦੇ ਨੇ ਬਕਾਇਦਾ ਤੌਰ ਤੇ। ਇਹ ਅੱਜ ਹੀ ਗੱਲ ਆਈ ਹੈ, ਉੱਥੇ ਜਾ ਕੇ ਤੁਸੀਂ ਕੁਰਸੀ ਤੋੜ ਕੇ ਦਿਖਾਓ ਉਹਨਾਂ ਦੀ, ਫਿਰ ਤਾਂ ਗੱਲ ਬਣਦੀ ਹੈ। ਵੱਡੇ ਬੰਦੇ ਨੇ ਜਿਹੜੇ, ਜਿਵੇਂ ਹੁਣ ਗੱਡੀਆਂ ਨੇ, ਜਦੋਂ ਕਿਤੋਂ ਦੂਰੋਂ ਗੁਰੂ ਸਾਹਿਬ ਦਾ ਸਰੂਪ ਲੈ ਕੇ ਆਨੇ, ਮਹਾਰਾਜ ਦਾ ਸਰੂਪ ਲੈ ਕੇ ਆਨੇ ਆ, ਤਾਂ ਗੱਡੀ ਦੇ ਵਿੱਚ ਚਾਲਕ ਵੀ ਬੈਠਾ ਹੁੰਦਾ ਹੈ।
ਹੂੰ ਪ੍ਰਾਈਵੇਟ ਗੱਡੀਆਂ 'ਚ ਲੈ ਕੇ ਨਹੀਂ ਆਉਂਦੇ ਹੈਗੇ। ਹੂੰ ਪਿੰਡਾਂ ਦੇ ਸ਼ਹਿਰਾਂ 'ਚ ਤੁਸੀਂ ਦੇਖਿਆ ਹੈ, ਗੁਰਦੁਆਰੇ ਦੂਰ ਗੁਰਦੁਆਰੇ ਹੁੰਦੇ ਨੇ, ਕਿਤੇ ਲੈ ਕੇ ਜਾਣਾ ਗੱਡੀਆਂ, ਅਗਲਾ ਆਪਣੀ ਗੱਡੀ, ਨਵੀਂ ਗੱਡੀ ਵੀ ਹੁੰਦੀ ਤਾਂ ਵੀ ਉਹ ਹੁਣ ਬੰਦਾ ਨਾਲ ਲੈ ਕੇ ਹੀ ਬੈਠਦਾ ਹੈ, ਪੀੜਾ ਰੱਖ ਲੈਂਦਾ ਤੇ ਸਾਰਾ ਦਾ ਉਹ ਸਰੂਪ ਹੁੰਦਾ ਇਹਦੇ ਤੇ ਉਹ ਲੈ ਕੇ ਆਉਂਦੇ ਗੱਡੀ। ਹੁਣ ਬਰਾਬਰ ਬੰਦਾ ਗੱਡੀ ਵੀ ਤਾਂ ਚਲਾ ਰਿਹਾ। ਦੂਜੇ ਦੇਸ਼ਾਂ 'ਚ ਕਿਵੇਂ ਲੈ ਕੇ ਜਾਂਦੇ ਨੇ? ਕੰਟੇਨਰਾਂ 'ਚ, ਕੰਟੇਨਰਾਂ 'ਚ ਲੈ ਕੇ ਜਾਂਦੇ ਆ, ਜਹਾਜ਼ਾਂ 'ਚ ਲੈ ਕੇ ਜਾਂਦੇ ਆ। ਠੀਕ ਹੈ, ਉੱਥੇ ਇਹ ਚੀਜ਼ਾਂ ਮਤਲਬ ਉਹ ਆਹੀ ਗੱਲ ਮੈਂ ਕਰਨੀ ਚਾਹੁੰਦਾ ਕਿ ਜਿਹੜੀ ਬੇਅਦਬੀ ਦੇ ਨਾਂ ਤੇ ਤੁਸੀਂ ਆਹ ਢਕਵੰਜ ਰਚ ਰਹੇ ਹੋ ਨਾ, ਪਖੰਡ ਕਰ ਰਹੇ ਹੋ, ਇਹ ਨਹੀਂ ਹੋਣਾ ਚਾਹੀਦਾ। ਸੰਗਤ ਦੀ ਸਹੂਲੀਅਤ ਹੈ, ਸੰਗਤ ਉੱਥੇ ਆਰਾਮ ਨਾਲ ਗੁਰਬਾਣੀ ਸੁਣਨ ਆਉਂਦੀ ਹੈ। ਜੇ ਕਸ਼ਟ ਹੈ ਉਸ ਨੂੰ ਸਰੀਰਕ ਤੌਰ ਤੇ, ਤੁਸੀਂ ਕਿਸੇ ਨੂੰ ਬੈਠਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਸਹਾਇਤਾ ਕਰਨੀ ਸਾਡਾ ਫਰਜ਼ ਹੈ, ਜਾਂ ਦੱਸੋ ਹੈ ਨਹੀਂ ਫਰਜ਼? ਕਿਸੇ ਦੀ ਮਜਬੂਰੀ ਹੈ ਤਾਂ ਉਹਨੂੰ ਆਰਾਮ ਦੇਣਾ। ਹੁਣ ਬਾਹਰ ਕੋਈ ਭੁੱਖਾ ਹੈ, ਮੰਨ ਲਓ ਸਪੋਜ਼ ਕਰੋ ਬਾਹਰ ਕੋਈ ਭੁੱਖਾ ਬੈਠਾ ਤਾਂ ਲੰਗਰ ਛਕਾਉਣ ਝੱਟ ਸੰਗਤ ਪਹੁੰਚ ਜਾਂਦੀ ਹੈ, ਅੱਗੇ ਉਹ ਲੰਗਰ ਛਕਾਉਂਦੇ ਆ। ਇੱਕ ਭੁੱਖਾ ਹੈ, ਲੰਗਰ ਛਕਾ ਦਈਏ ਨਾ। ਜੇ ਇੱਥੇ ਬੈਠਣ ਲਈ ਕੋਈ ਕਿਸੇ ਨੂੰ ਮਜਬੂਰੀ ਹੋ ਰਹੀ ਹੈ, ਉਹਦੇ ਦਰਦ ਹੁੰਦਾ ਜਾਂ ਨਹੀਂ ਬੈਠ ਪਾਉਂਦਾ, ਕੋਈ ਵੀ ਕਾਰਨ ਹੈ, ਸਰੀਰਕ ਤੌਰ ਤੇ ਕਾਰਨ ਹੋਊਗਾ ਕੋਈ, ਤਾਂ ਹੀ ਬੈਠ ਰਿਹਾ ਹੈ। ਜਿਹੜੇ ਅੰਦਰ ਲੱਗੇ ਹੋਏ ਨੇ ਬੈਂਚਾਂ ਦੇ ਵਿੱਚ, ਉਹਨਾਂ ਦੇ ਉੱਪਰ ਹਰ ਇੱਕ ਬੰਦਾ ਨਹੀਂ ਜਾ ਕੇ ਬੈਠ ਰਿਹਾ, ਸਾਰਿਆਂ ਵਾਸਤੇ ਲੱਗੇ ਨਹੀਂ ਹੋਏ ਉਹ। ਜਿਹੜਾ ਬੰਦਾ ਸਰੀਰਕ ਤੌਰ ਤੇ ਮਜ਼ਬੂਤ ਹੈ, ਠੀਕ ਹੈ, ਜਿਹਨੂੰ ਕੋਈ ਕਸ਼ਟ ਨਹੀਂ ਹੈਗਾ ਨੀਚੇ ਬੈਠਣ 'ਚ, ਚੌਂਕੜਾ ਮਾਰ ਕੇ ਬੈਠਣ 'ਚ, ਜਾਂ ਜਿਵੇਂ ਵੀ ਬੈਠ ਸਕਦਾ ਹੋਇਆ ਨੀਚੇ, ਉਹ ਜੇ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗਾ, ਕੋਈ ਬੰਦਾ ਬੈਠਦਾ ਹੀ ਨਹੀਂ ਉੱਥੇ। ਉਹਨੂੰ ਆਪਣੇ ਆਪ ਪਤਾ ਹੈ ਕਿ ਮੇਰੇ ਵਾਸਤੇ ਨਹੀਂ ਹੈਗੇ ਯਾਰ, ਮੇਰਾ ਸਰੀਰ ਠੀਕ ਹੈ, ਉਹ ਨੀਚੇ ਹੀ ਬੈਠੂਗਾ। ਇੰਨੀ ਕੁ ਤਾਂ ਸਮਝ ਸਾਰਿਆਂ ਨੂੰ ਹੈਗੀ ਹੈ। ਕੋਈ ਬੈਠਾ ਫਾਲਤੂ ਮੈਂ ਤਾਂ ਕਦੇ ਦੇਖਿਆ ਨਹੀਂ ਏਦਾਂ ਕੋਈ ਬੰਦਾ ਜਿਹਦਾ ਸਰੀਰ ਠੀਕ ਠਾਕ ਹੈ ਤੇ ਉਹ ਸਿਰਫ ਦਿਖਾਉਣ ਵਾਸਤੇ ਜਾਂ ਚੌੜ ਕਰਨ ਵਾਸਤੇ ਜਾਂ ਆਪਾਂ ਕਹਿ ਲਓ ਆਪ ਆਰਾਮ ਲੈਣ ਵਾਸਤੇ ਹੀ ਬੈਠਾ ਉੱਥੇ। ਉਹ ਏਦਾਂ ਦਾ ਕੋਈ ਦਿਖਦਾ ਨਹੀਂ ਉੱਥੇ। ਉਹੀ ਬੈਠਦੇ ਨੇ ਜਿਨ੍ਹਾਂ ਨੂੰ ਬੈਠਣ ਖੜਨ 'ਚ ਪ੍ਰੋਬਲਮ ਆ ਜਾਂਦੀ ਹੈ, ਜਾਂ ਜਿਨ੍ਹਾਂ ਤੋਂ ਬੈਠਿਆ ਖੜਿਆ ਨਹੀਂ ਜਾਂਦਾ, ਸਰੀਰਕ ਤੌਰ ਤੇ ਕਸ਼ਟ ਹੈ ਉਹਨਾਂ ਨੂੰ, ਉਹੀ ਬੈਠਦੇ ਨੇ। ਬਾਕੀ ਖਾਲੀ ਪਏ ਹੁੰਦੇ ਨੇ ਬੈਂਚ, ਸਾਰੀ ਸੰਗਤ ਥੱਲੇ ਬੈਠੀ ਹੁੰਦੀ ਹੈ। ਸੋ ਜਿਹਨੂੰ ਹੈਗਾ ਪ੍ਰੋਬਲਮ ਹੈ ਤਾਂ ਉਹ ਬੈਠਾ, ਤੇ ਇਸ ਨੂੰ ਕਿਸੇ ਨੂੰ ਕੀ ਪ੍ਰੋਬਲਮ ਹੋਣੀ ਹੈ? ਬੈਂਚ ਜਾ ਕੇ ਸਾੜ ਦੇਣੇ ਤੁਸੀਂ ਚੱਕ ਕੇ, ਉਹ ਮੇਰੇ ਖਿਆਲ ਨਾਲ ਤਾਂ ਕਿਤੇ ਪਹਿਲਾਂ ਕੋਈ ਪਰੰਪਰਾ ਏਦਾਂ ਦੀ ਰਹੀ ਆ, ਨਾ ਹੀ ਅੱਗੇ ਹੋਣੀ ਹੈ। ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਦੇਖੋ ਕੀ ਕਰਦੇ ਹੋ। ਬਾਹਰਲੇ ਦੇਸ਼ਾਂ 'ਚ ਕਿਹੜਾ ਗੁਰਦੁਆਰੇ ਨਹੀਂ ਹੈਗੇ, ਉੱਥੇ ਕਿਹੜਾ ਬੈਠੇ ਤੇ ਨਹੀਂ ਜਾਂਦੇ, ਉੱਥੇ ਕਿਹੜਾ ਬੈਂਚ ਨਹੀਂ ਲੱਗੇ ਹੋਏ, ਉੱਥੇ ਕੀ ਕਰੋਗੇ ਫਿਰ ਜਾ ਕੇ ਤੁਸੀਂ? ਗੱਲ ਤਾਂ ਸਿਰੇ ਤੋਂ ਸਿਰੇ ਤੱਕ ਹੈ। ਜੇ ਤੁਸੀਂ ਬੇਅਦਬੀ ਗੱਲ ਕਰਦੇ ਹੋ, ਫਿਰ ਤਾਬਿਆਂ ਬੈਠਾ ਸਿੰਘ ਵੀ ਬੇਅਦਬੀ ਕਰ ਰਿਹਾ, ਇਹਦਾ ਮਤਲਬ ਇੱਕ ਤਰ੍ਹਾਂ ਨਾਲ ਉਹ ਵੀ ਬਰਾਬਰ ਹੀ ਬੈਠਾ ਹੈ ਨਾ ਜੀ। ਠੀਕ ਹੈ, ਨਾਲੇ ਤਾਂ ਕਹੀ ਜਾਂਦੇ ਹੋ ਜੇ ਵੀ ਗੁਰੂ ਸਾਹਿਬ ਨੇ ਤਾਂ ਕੋਈ ਫਰਕ ਹੀ ਨਹੀਂ ਰੱਖਿਆ, ਜਾਂ ਬਾਣੀ ਤਾਂ ਇਹ ਵੀ ਕਹਿੰਦੀ ਹੈ ਹਰ ਜਨ ਦੋਏ ਇੱਕ ਹੈ, ਉਹ ਤਾਂ ਇੱਕੋ ਹੀ ਮੰਨਦੇ। ਜਿਹੜਾ ਮੰਨ ਰਿਹਾ ਗੁਰਬਾਣੀ ਨੂੰ, ਉਹ ਤਾਂ ਇੱਕੋ ਪਰਮਾਤਮਾ ਕਹਿੰਦਾ ਇੱਕੋ ਰੂਪ ਹੈ, ਖਾਲਸਾ ਮੇਰਾ ਰੂਪ ਹੈ, ਖਾਸ ਵੀ ਕਹਿ ਦਿੰਦਾ ਤੁਸੀਂ, ਫਿਰ ਬਾਦ ਘੱਟ ਕਿੱਥੇ ਹੈ ਵੀ? ਫਿਰ ਦੱਸਣ ਵੀ ਫਰਕ ਕਿੱਥੇ ਹੈ? ਉਹ ਤਾਂ ਕਹਿੰਦੇ ਤੁਸੀਂ ਮੇਰੇ ਵਰਗੇ ਹੀ ਹੋ। ਉਹ ਤਾਂ ਕਹਿੰਦੇ ਵੀ ਗੁਰਬਾਣੀ ਬਣੀ ਹੈ, ਗੁਰਬਾਣੀ ਤਾਂ ਖੁਦ ਕਹਿ ਰਹੀ ਹੈ ਜੀ। ਬਿਲਕੁਲ, ਉਹ ਚੀਜ਼ਾਂ ਪਤਾ ਨਹੀਂ ਕਿੱਥੋਂ ਲਿਆ ਕੇ ਲੋਕ ਢੁੱਚਰਾਂ ਕੱਢਦੇ ਨੇ, ਸਮਝ ਨਹੀਂ ਆਉਂਦੀ, ਤੇ ਉਹਦੇ ਪਿੱਛੇ ਵਹੀਰ ਕੱਢ ਕੇ ਖੜੀ ਉਹ ਕਰ ਲੈਂਦੇ ਆ। ਬੇਅਦਬੀ ਜਿੱਥੇ ਬੇਅਦਬੀ ਹੋਈ ਹੈ ਉੱਥੇ ਤਾਂ ਕੁਝ ਹੋਇਆ ਨਹੀਂ। ਜਿਹੜਾ 1.5 ਮਹੀਨੇ ਦਾ ਸਮਾਂ ਦਿੱਤਾ ਸੀ ਉਹ ਵੀ ਪੂਰਾ ਹੋ ਗਿਆ, ਜਿਹੜੀ ਹਕੂਮਤਾਂ ਦਾ ਐਲਾਨ ਕਰਨਾ ਸੀ ਉਹ ਨਹੀਂ ਹੋਇਆ। ਠੀਕ ਹੈ, ਜਿਹੜੇ ਉਸ ਬੇਅਦਬੀ ਕਾਂਡ ਪਿੱਛੇ ਜਿਹੜੀ ਗੱਲ ਤੋਰੀ ਸੀ, ਹਥਿਆਰਾਂ ਦੀ ਗੱਲ ਤੋਰੀ, ਸਿਰਾਂ ਦੀ ਗੱਲ ਤੋਰੀ, ਉਹ ਤਾਂ ਪੂਰੀ ਨਹੀਂ ਹੋਈ। ਕਿੱਥੇ ਹੋਣੀ ਹੈ? ਕੀ ਕਰਨਾ ਉਸ ਚੀਜ਼ ਦਾ? ਆਹ ਨਵੀਆਂ ਚੀਜ਼ਾਂ ਪਾ ਕੇ ਤੁਸੀਂ ਲੋਕਾਂ ਨੂੰ ਹੋਰ ਦੂਰ ਕਰੀ ਜਾਂਦੇ ਹੋ ਜੀ। ਪਹਿਲਾਂ ਹੀ ਲੋਕਾਂ ਦੇ ਵਿੱਚ ਤਾਂ ਇਦਾਂ ਦੇ ਪਖੰਡ ਤੋਰੇ ਗਏ ਕਿ ਗੁਰੂ ਸਾਹਿਬ ਨਾਲ ਤੋੜ ਦਿੱਤਾ ਹੈ, ਗੁਰਬਾਣੀ ਨਾਲ ਤੋੜ ਦਿੱਤਾ, ਸਾਧਾਂ ਦੇ ਪਖੰਡੀਆਂ ਦੇ ਡੇਰਿਆਂ ਤੱਕ ਪਹੁੰਚਾਤੇ। ਆਹ ਹੁਣ ਹੋਰ ਨਵਾਂ ਕਹਿ ਤਾ ਕਿ ਉਹ ਲੋਕ ਆਣਗੇ ਬਾਹਰ ਖੜ ਜਾਓ ਜੀ, ਬਾਹਰ ਨਾਲੇ ਕਹਿੰਦੇ ਹਰ ਥਾਂ ਤੇ ਪ੍ਰਮਾਤਮਾ ਆ। ਫਿਰ ਜੇ ਬਾਹਰ ਕੁਰਸੀ ਤੇ ਬੈਠੂਗਾ ਕੋਈ, ਉੱਥੇ ਪ੍ਰਮਾਤਮਾ ਹੈ ਨਹੀਂ। ਗੁਰਬਾਣੀ ਤਾਂ ਉਹਦੇ ਕੰਨਾਂ 'ਚ ਫੇਰ ਵੀ ਜਾ ਰਹੀ ਹੈ, ਗੁਰਬਾਣੀ ਤਾਂ ਫੇਰ ਵੀ ਸੁਣ ਰਿਹਾ। ਕੋਈ ਕਹਿੰਦਾ ਸਕਰੀਨਾਂ ਲਾ ਲਓ ਜੀ, ਬਾਹਰਲੇ ਪਾਸੇ ਸਕਰੀਨ ਲਾ ਦੋ। ਗੁਰੂ ਗ੍ਰੰਥ ਸਾਹਿਬ ਤਾਂ ਉਹਦੇ 'ਚ ਵੀ ਦਿਖੇ ਰਹੇ ਨੇ ਜੀ, ਫਿਰ ਉੱਥੇ ਬੇਅਦਬੀ ਨਹੀਂ ਹੋਊਗੀ। ਮਤਲਬ ਬਿਨਾਂ ਤਰਕ ਤੋਂ, ਬਿਨਾਂ ਗੱਲ ਤੋਂ ਐਵੇਂ ਖੜੇ ਕਰੀ ਜਾਣੇ ਵਿਵਾਦ, ਮੇਰੇ ਖਿਆਲ ਨਾਲ ਫੋਕੀ ਸ਼ੌਹਰਤ ਖੱਟਣ ਦੇ ਤੋਲੀ ਹੈ ਇਹ ਜੀ। ਬਿਲਕੁਲ। ਪਰਮਿੰਦਰ ਜੀ, ਅਗਲੀ ਖਬਰ ਬੜੀ ਅਹਿਮ ਹੈ। ਪੰਜਾਬ ਦੇ ਵਿੱਚ ਜਿਹੜੇ ਮਕਾਨਾਂ ਦੀ ਗੈਰ ਕਾਨੂੰਨੀ ਢੰਗ ਦੇ ਨਾਲ ਉਸਾਰੀ ਹੋਈ ਹੈ, ਸਰਕਾਰ ਵੱਲੋਂ ਉਹਨਾਂ ਨੂੰ ਢਾਉਣ ਦਾ ਇੱਕ ਉਪਰਾਲਾ ਕੀਤਾ ਜਾ ਰਿਹਾ। ਗਰੀਬ ਉਹ ਲੋਕ ਨੇ, ਕੀ ਇਹ ਵਿਚਾਰ ਰੱਖਦੇ ਤੁਸੀਂ ਇਸ ਮਾਮਲੇ ਤੇ? ਜਿਹੜੀ ਗੈਰ ਕਾਨੂੰਨੀ ਇਮਾਰਤਾਂ ਬਣੀਆਂ ਹੋਈਆਂ ਨੇ, ਕਬਜ਼ੇ ਹੋਏ ਨੇ, ਚਾਹੇ ਖੇਤੀਬਾੜੀ ਜ਼ਮੀਨ ਆ, ਚਾਹੇ ਕਿਸੇ ਨੇ ਘਰ ਪਾ ਲਿਆ, ਚਾਹੇ ਕਿਸੇ ਨੇ ਦੁਕਾਨਾਂ ਛੱਤ ਲੀਆਂ,
ਮਤਲਬ ਗੈਰ ਕਾਨੂੰਨੀ ਦਾ ਮਤਲਬ ਤਾਂ ਗੈਰ ਕਾਨੂੰਨੀ ਹੈ, ਇਹਦੇ ਵਿੱਚ ਦੋ ਰਾਵਾਂ ਕੋਈ ਨਹੀਂ। ਜੇ ਸੰਵਿਧਾਨਕ ਤੌਰ ਤੇ ਕਿਸੇ ਨੂੰ ਕੋਈ ਹੱਕ ਮਿਲਿਆ ਤਾਂ ਉਹ ਸਭ ਲਈ ਹੈ। ਇਹ ਨਹੀਂ ਹੈਗਾ ਕਿ ਸੰਵਿਧਾਨ ਕਹਿੰਦਾ ਕਿ ਕੋਈ ਵੱਡਾ ਬੰਦਾ ਤਾਂ ਕਬਜ਼ਾ ਕਰ ਲਵੇ, ਛੋਟਾ ਬੰਦਾ ਨਹੀਂ ਕਰ ਸਕਦਾ, ਜਾਂ ਇਹ ਨਹੀਂ ਕਹਿੰਦਾ ਕਿ ਕੋਈ ਛੋਟਾ ਹੈ ਗਰੀਬ ਹੈ ਤਾਂ ਉਹ ਕਰ ਲਵੇ ਤਾਂ ਵੱਡਾ ਨਹੀਂ ਕਰ ਸਕਦਾ। ਜੇ ਗੈਰ ਕਾਨੂੰਨੀ ਹੈ ਤਾਂ ਗੈਰ ਕਾਨੂੰਨੀ ਹੈ ਹੀ ਹੈ, ਉਹਨੂੰ ਸਭ ਨੂੰ ਹਟਾਉਣਾ ਚਾਹੀਦਾ ਹੈ। ਉਹਦੇ ਵਿੱਚ ਚਾਹੇ ਕੋਈ ਰੇਹੜੀ ਲਾਈ ਹੋਈ ਹੈ ਕਿਸੇ ਨੇ, ਚਾਹੇ ਕਿਸੇ ਨੇ ਖੋਖਾ ਰੱਖਿਆ ਹੈ। ਹੁਣ ਕਈ ਉੱਥੇ ਆ ਕੇ ਕਹਿ ਦੇਣਗੇ ਕਿ ਭਾਈ ਉਹਦਾ ਗਰੀਬ ਦਾ ਰੁਜ਼ਗਾਰ ਚੱਲਦਾ। ਗਰੀਬ ਦਾ ਰੁਜ਼ਗਾਰ ਚੱਲਦਾ, ਇਹ ਗੱਲ ਤਾਂ ਨਹੀਂ ਹੈ ਜੇ ਗਰੀਬ ਦਾ ਰੁਜ਼ਗਾਰ ਕੋਈ ਚੋਰੀ ਕਰਦਾ ਹੈ, ਗਰੀਬ ਹੈ ਉਹ, ਤਾਂ ਇਹਦਾ ਮਤਲਬ ਇਹ ਥੋੜੀ ਹੈ ਕਿ ਉਹਨੂੰ ਕਹਿ ਦੋ ਵੀ ਤੁਸੀਂ ਗਰੀਬ ਹੈ ਚੋਰੀ ਕਰਦਾ, ਚੋਰੀ ਕਰ ਲਵੇ। ਇਹ ਤਾਂ ਨਹੀਂ ਹੈਗਾ। ਜੇ ਕੋਈ ਗਰੀਬ ਹੈ ਚਾਕੂ ਲੈ ਕੇ ਲੁੱਟ ਲੈਂਦਾ ਕਿਸੇ ਨੂੰ, ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਉਹ ਗਰੀਬ ਹੈ ਵੀ ਚਲੋ ਉਹਨੂੰ ਰਿਆਇਤ ਦੇ ਦੋ, ਹਨਾ। ਗਰੀਬ ਹੈ ਤਾਂ ਠੀਕ ਹੈ, ਗਰੀਬ ਹੈ, ਸਰਕਾਰ ਉਸਨੂੰ ਬਣਦੀ ਥਾਂ ਦੇਵੇ, ਕਾਨੂੰਨ ਮੁਤਾਬਕ ਦੇਵੇ, ਸੰਵਿਧਾਨਕ ਤੌਰ ਤੇ ਉਹਦਾ ਹੱਕ ਬਣਦਾ ਲਵੇ। ਉਹ ਦੇਣਾ ਵੀ ਚਾਹੀਦਾ। ਸਰਕਾਰਾਂ ਕਿਸ ਕੰਮ ਲਈ ਚੁਣੀਆਂ ਜਾਂਦੀਆਂ ਨੇ। ਲੇਕਿਨ ਗੈਰ ਕਾਨੂੰਨੀ ਹਟਾਉਣਾ ਚਾਹੀਦਾ, ਮੈਂ ਇਸ ਦੇ ਪੱਖ ਚ ਹਾਂ। ਪਰ ਇਕੱਲੇ ਗਰੀਬ ਦਾ ਨਹੀਂ ਹਟਣਾ ਚਾਹੀਦਾ, ਇਕੱਲੇ ਅਮੀਰ ਦਾ ਵੀ ਨਹੀਂ ਹਟਣਾ ਚਾਹੀਦਾ। ਜੇ ਅਮੀਰ ਕੋਲ ਹੈ, ਕਬਜ਼ਾ ਕਰ ਰੱਖਿਆ ਉਹਨੇ ਹਜ਼ਾਰਾਂ ਲੱਖਾਂ ਏਕੜ ਦੇ ਵਿੱਚ, ਚਾਹੇ ਕੋਈ ਡੇਰੇ ਵਾਲਾ ਹੈ, ਚਾਹੇ ਕੋਈ ਪੋਲੀਟੀਸ਼ੀਅਨ ਹੈ, ਚਾਹੇ ਕੋਈ ਰਸੂਖਦਾਰ ਹੈ, ਚਾਹੇ ਕੋਈ ਬਿਜ਼ਨਸਮੈਨ ਹੈ, ਉਹਨਾਂ ਤੋਂ ਵੀ ਛਡਾਉਣਾ ਚਾਹੀਦਾ। ਚਾਹੇ ਉਹਨਾਂ ਦੇ ਘਰ ਨੇ, ਚਾਹੇ ਫੈਕਟਰੀਆਂ ਨੇ, ਚਾਹੇ ਖੇਤੀਬਾੜੀ ਲਈ ਹੈ, ਸਾਰਿਆਂ ਦੇ ਉੱਤੇ ਬੁਲਡੋਜ਼ਰ ਚੱਲਣਾ ਚਾਹੀਦਾ। ਤੇ ਚਾਹੇ ਗਰੀਬ ਹੈ, ਕੋਈ ਰੇਹੜੀ ਫੜੀ ਵਾਲਾ, ਚਾਹੇ ਕਿਸੇ ਦਾ ਮਕਾਨ ਹੈ, ਉਹ ਢਾਹ ਕੇ ਉਹਨਾਂ ਨੂੰ ਸਰਕਾਰ ਬਣਦਾ ਗਰੀਬਾਂ ਦਾ ਜਿਹੜਾ ਹੱਕ ਹੈ ਉਹ ਉਹਨਾਂ ਨੂੰ ਪਹਿਲਾਂ ਦਵੇ ਕਿ ਆਹ ਤੁਹਾਡੇ ਮਕਾਨ ਨੇ, ਜੇ ਤੁਹਾਡੇ ਕੋਲ ਘਰ ਨਹੀਂ ਹੈਗੇ ਤੁਸੀਂ ਆਹ ਮਕਾਨਾਂ 'ਚ ਰਹੋ, ਤੁਹਾਨੂੰ ਬਣਾ ਕੇ ਦੇ ਦੇ। ਜਿਵੇਂ ਲੁਧਿਆਣੇ ਸ਼ਹਿਰ ਦਿੱਤੇ ਜਾਏ, ਪਹਿਲਾਂ ਕਈ ਥਾਵਾਂ ਤੇ ਦਿੱਤੇ ਆ, ਪ੍ਰਕਿਰਿਆ ਸਿਰੇ ਨਹੀਂ ਚੜੀ ਹੈਗੀ, ਉੱਥੇ ਤੱਕ ਰਹੀ ਹੈ ਉਹ। ਹਾਂ, ਉਹਨਾਂ ਨੂੰ ਉਹ ਵਾਜਬ ਤਰੀਕੇ ਨਾਲ, ਜਿਵੇਂ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਸਿਹਤ, ਸਿੱਖਿਆ, ਰੁਜ਼ਗਾਰ ਦੇ ਕੇ ਉਹਨਾਂ ਨੂੰ ਫਲੈਟ ਬਣਾ ਕੇ ਸਰਕਾਰੀ ਥਾਵਾਂ ਦੇ ਉੱਤੇ ਦੇ ਦੇਵੇ। ਉਹਨਾਂ ਤੋਂ ਥੋੜੀ ਮਾਤਰਾ ਦੇ ਵਿੱਚ ਜਿਹੜੀਆਂ ਇੰਸਟਾਲਮੈਂਟਸ ਹੁੰਦੀਆਂ ਨੇ ਉਹ ਲੈਣੀਆਂ ਸ਼ੁਰੂ ਕਰ ਦੇਵੇ, ਪਰ ਨਾਲ ਰੁਜ਼ਗਾਰ ਵੀ ਦੇਵੇ ਨਾ। ਗੱਲ ਤਾਂ ਇਹ ਹੁੰਦੀ ਹੈ ਕਿ ਤੁਸੀਂ ਫ੍ਰੀ ਨਾ ਦਿਓ, ਜਿਵੇਂ ਹੁਣ ਚਾਹੇ ਬਿਜਲੀ ਜਾਂ ਚਾਹੇ ਹੋਰ ਜੋ ਸਬਸਿਡੀਆਂ ਦਿੱਤੀਆਂ ਹੋਈਆਂ ਨਾ ਦਿਓ, ਨਹੀਂ ਮੰਗਦੇ ਲੋਕ, ਰੁਜ਼ਗਾਰ ਦਿਓ, ਕਿਸ਼ਤਾਂ ਕਰ ਲਓ ਥੋੜੀ, ਉਹਨਾਂ ਦੇ ਜਿੰਨੀ ਕੁ ਉਹਨਾਂ ਦੀ ਹੈਸੀਅਤ ਹੈ ਦੇਣ ਦੀ, ਜਿੰਨਾ ਕੁ ਉਹਨਾਂ ਦਾ ਆਪਾਂ ਕਹਿ ਲਓ ਕਿ ਆਰਥਿਕ ਪੈਕੇਜ ਬਣਦਾ ਕਿਸੇ ਦਾ, ਜਾਂ ਕੁਛ ਵੀ ਕਹਿ ਲਓ, ਕੋਈ ਵੇਜਸ ਨੇ, ਸੈਲਰੀ ਹੈ, ਉਸ ਹਿਸਾਬ ਨਾਲ ਉਹਦੀ ਕਿਸ਼ਤ ਤੈਅ ਕਰ ਦੋ। ਨਹੀਂ, ਇੱਕ ਗੱਲ ਪਰਮਿੰਦਰ ਜੀ ਇੱਥੇ ਆਹ ਵੀ ਹੈ, ਸਰਕਾਰ ਕਹਿੰਦੀ ਕਿ ਅਸੀਂ ਤੁਹਾਨੂੰ ਮਰਲੇ ਦੇ ਪਲਾਟ ਦੇਵਾਂਗੇ, ਤੁਹਾਨੂੰ ਅਸੀਂ ਕੱਟ ਕੇ, ਤੁਹਾਡੇ ਕੋਲ ਆਪਣੀ ਰਿਹਾਇਸ਼ਾਂ ਹੋਣਗੀਆਂ, ਆਪਣੀ ਥਾਂ ਦੇ ਵਿੱਚ ਤੁਹਾਡੇ ਘਰ ਹੋਣਗੇ। ਜਦੋਂ ਇਲੈਕਸ਼ਨ ਦੇ ਵੇਲੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਪਲਾਟ ਦੇਵਾਂਗੇ ਕੱਟ ਕੇ, ਤੁਹਾਨੂੰ ਮਕਾਨ ਦੇਵਾਂਗੇ ਬਣਾ ਕੇ, ਦੂਜੇ ਪਾਸੇ ਜਦੋਂ ਉਸਨੂੰ ਨਾ ਮਰਲੇ ਦਾ ਪਲਾਟ ਦਿੱਤਾ ਜਾਂਦਾ, ਨਾ ਮਕਾਨ ਦਿੱਤਾ ਜਾਂਦਾ, ਉਹਦੀ ਜਿਹੜੀ ਥਾਂ ਹੁੰਦੀ ਹੈ ਕਿਸੇ ਗਰੀਬ ਬੰਦੇ ਦੀ, ਉਹ ਜੇਕਰ ਉਹਨੇ ਪੰਚਾਇਤੀ ਥਾਂ ਦੇ ਵਿੱਚ ਛੱਤੀ ਵੀ ਹੋਈ ਹੈ ਤਾਂ ਪਹਿਲਾਂ ਉਸ ਬੰਦੇ ਦਾ ਘਰ ਤੋੜਿਆ ਜਾਂਦਾ, ਉਸਨੂੰ ਸੜਕ ਤੇ ਲੈ ਕੇ ਆਇਆ ਜਾਂਦਾ। ਇਸ ਤੋਂ ਫਿਰ ਨਾ ਮਰਲੇ ਦਾ ਪਲਾਟ, ਨਾ ਕੁਛ ਹੋਰ। ਦੂਜੀ ਗੱਲ, ਤੁਸੀਂ ਕਹਿੰਦੇ ਹੋ ਕਿ ਅਸੀਂ ਕਬਜ਼ਾ ਛਡਵਾਵਾਂਗੇ, ਜਿਹੜੀਆਂ ਪੰਜਾਬ ਦੀ ਜ਼ਮੀਨਾਂ ਤੇ ਕਬਜ਼ਾ ਹੋਇਆ 40-60 ਦੀ ਰੇਸ਼ੋ ਦੇ ਨਾਲ ਹਰਿਆਣਾ, ਚੰਡੀਗੜ੍ਹ, ਪੰਜਾਬ ਲਈ ਵੰਡਿਆ ਗਿਆ ਸੀ। ਹਰਿਆਣਾ ਸਾਰਾ ਚੰਡੀਗੜ੍ਹ ਤੇ ਕਬਜ਼ ਹੋ ਗਿਆ, ਛਡਵਾਓਗੇ ਹਰਿਆਣਾ ਤੋਂ ਚੰਡੀਗੜ੍ਹ? ਫਿਰ ਉਹੀ ਗੱਲ ਆ ਗਈ ਨਾ, ਗੱਲ ਆਪਾਂ ਆਹੀ ਕਰ ਰਹੇ ਹਾਂ ਕਿ ਛਡਾਉਣਾ ਤਾਂ ਉੱਪਰੋਂ ਥੱਲੇ ਤੱਕ, ਉੱਪਰੋਂ ਥੱਲੇ ਆਓ ਨਾ। ਨਹੀਂ, ਇਹਦੇ 'ਚ ਇੱਕ ਹੋਰ ਵੀ ਗੱਲ ਹੈ ਨਾ, ਇਹ ਜਿਹੜੇ ਗਰੀਬਾਂ ਦੇ ਘਰ ਜਿਹੜੇ ਪਿੰਡਾਂ 'ਚ ਪਏ ਹੋਏ ਨੇ, ਆਹ ਫੈਸਲਾ ਸਰਕਾਰ ਦਾ ਫੈਸਲਾ ਜਾਂ ਫਿਰ ਉਸ ਹਲਕੇ ਦੇ MLA ਦਾ ਫੈਸਲਾ, ਇਹ ਬੜੀ ਇੰਪੋਰਟੈਂਟ ਗੱਲ ਹੈ ਨਾ। ਇੱਕ ਕਈ ਵਾਰ ਤਾਂ ਇਹ ਹੁੰਦਾ ਕਿ ਪਿੰਡਾਂ ਦੇ ਵਿੱਚ ਪਾਰਟੀਬਾਜ਼ੀਆਂ ਬਣੀ ਹੋਈਆਂ ਨੇ, ਫਲਾਣੇ ਬੰਦੇ ਆਪਾਂ ਨੂੰ ਵੋਟ ਨਹੀਂ ਪਾਈ ਹੈਗੀ, ਉਹ ਅਕਾਲੀ ਦਲ ਨਾਲ ਤੁਰੇ, ਉਹ ਕਾਂਗਰਸ ਨਾਲ ਤੁਰੇ, ਉਸ ਬੰਦੇ ਦਾ ਘਰ ਢਾਹ ਦਿਓ। ਆਹ ਫੈਸਲਾ ਸਰਕਾਰ ਦਾ ਜਾਂ ਹਲਕੇ ਦੇ ਇੱਕ ਵਿਧਾਇਕ ਦਾ ਫੈਸਲਾ, ਇਹ ਵੀ ਕਲੀਅਰ ਕਰਨਾ ਚਾਹੀਦਾ ਹਰ ਇੱਕ। ਮੈਂ ਉਹੀ ਗੱਲ ਕਰਦਾ, ਸਰਕਾਰ ਦਾ ਫਰਜ਼ ਬਣਦਾ। ਪਹਿਲੀ ਤਾਂ ਗੱਲ ਜਿਹੜੀ ਮਰਲੇ ਦੇ ਪਲਾਟ ਦੇਣੀ ਹੈ, ਤੁਸੀਂ ਸਾਹਮਣੇ ਜਗ੍ਹਾ ਹੈਗੀ ਆ, ਚਾਹੇ ਕਿਸੇ ਪਿੰਡ 'ਚ ਹੈ, ਚਾਹੇ ਕਿਸੇ ਸਰਕਾਰੀ ਥਾਂ ਹੈ, ਸ਼ਹਿਰ ਦੇ ਨੇੜੇ ਹੈ, ਟਾਊਨ ਦੇ ਨੇੜੇ ਹੈ, ਕਸਬੇ ਦੇ ਨੇੜੇ, ਕੁਛ ਵੀ ਕਿਤੇ ਵੀ ਹੈਗੀ ਆ, ਤਾਂ ਮਰਲੇ ਦੇ ਪਲਾਟ ਤੁਸੀਂ ਫ੍ਰੀ ਦੇ ਸਕਦੇ ਹੋ। ਇਹ ਸਰਕਾਰ ਦਾ ਉੱਤੇ ਮਕਾਨ ਬਣਾ ਕੇ ਦੇਣਾ, ਜਿਹੜਾ ਮਕਾਨ ਦੇ ਉੱਤੇ ਖਰਚ ਆਇਆ, ਠੀਕ ਹੈ, ਸਰਕਾਰ ਚਾਹੁੰਦੀ ਹੈ ਕਿ ਖਰਚਾ ਆਇਆ ਮਕਾਨ ਤੇ ਉੱਤੇ ਮਟੀਰੀਅਲ ਲੱਗਿਆ ਤਾਂ ਉਹਦੀ ਕਿਸ਼ਤ ਦੇ ਰੂਪ ਵਿੱਚ ਉਹ ਇਵਜ਼ ਵਜੋਂ ਉਹ ਲਈ ਜਾਵੇ, ਥੋੜਾ ਬਹੁਤਾ ਜਿੰਨਾ ਲੈਣਾ। ਦੂਜੀ ਗੱਲ, ਜਿਹੜੀ ਗੱਲ ਕਰਦੇ ਹੋ ਤੁਸੀਂ ਵੀ ਪਾਰਟੀਬਾਜ਼ੀ ਦੀ, ਪਾਰਟੀਬਾਜ਼ੀ ਤਾਂ ਹੁੰਦੀ ਹੈ। ਤੁਸੀਂ MLA ਤੱਕ ਪਹੁੰਚ ਕੇ, ਮੈਂ ਕਹਿੰਦਾ ਸਰਪੰਚ ਢਵਾ ਦਿੰਦਾ। ਇਹ ਹੁਕਮ MLA ਦਾ ਹੀ ਹੁੰਦਾ ਨਾ। ਹਾਂ, ਚਲੋ ਹੁਕਮ ਹੋਵੇ ਨਾ ਹੋਵੇ, MLA ਦੀ ਸ਼ਾਇਦ ਹੁੰਦੀ ਹੋਈ ਹੋਊ,
ਜੇ ਲੈ ਕੇ ਗਿਆ ਵੀ ਸਰਪੰਚ ਹੈ ਜਾਂ ਪੰਚ ਹੈ, ਮੈਨੂੰ ਵੋਟ ਨਹੀਂ ਪਾਈ ਨੇ, ਆਪਣੀ ਪਾਰਟੀ ਦਾ ਨਹੀਂ ਬੰਦਾ ਇਹ, ਇਹਦਾ ਮਕਾਨ ਢਾ ਦੋ, ਸ਼ਾਇਦ ਦੇ ਦਿੰਦੇ ਆ। ਸ਼ਹਿਰਾਂ ਦੇ ਸਰਕਾਰ ਨੂੰ ਚਾਹੀਦਾ ਇਹ ਗੱਲ ਕਲੀਅਰ ਕਰੇ ਕਿ ਸਾਡੀ ਪਾਲਿਸੀ ਆ, ਸਰਕਾਰ ਦੀ ਪਾਲਿਸੀ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕੀ ਕਰਿਆ ਸੀ ਤੇ ਕਰ ਕੀ ਰਹੀ ਹੈ। ਅੱਗੇ ਨੂੰ ਜੇ ਵੋਟਾਂ ਲੈਣ ਆਉਂਦਾ ਤਾਂ ਉਹਨੂੰ ਪਤਾ ਲੱਗੇ। ਜੇ ਐਮਐਲਏ ਕੱਲਾ ਆ ਤਾਂ ਐਮਐਲਏ ਦੀ ਕਰਤੂਤ ਸਾਹਮਣੇ ਆਣੀ ਚਾਹੀਦੀ ਆ। ਤੇ ਮਕਾਨ ਢਾਏ ਤੋਂ ਢਾਉਣ ਤੋਂ ਪਹਿਲਾਂ ਉਹਨੂੰ ਰਿਹਾਇਸ਼ ਵਾਸਤੇ ਥਾਂ ਦੇਵੇ ਕਿ ਤੁਹਾਡੇ ਕੋਲ ਥਾਂ ਸੀ, ਸਰਕਾਰ ਨੇ ਫ੍ਰੀ ਦੇਤੀ, ਇੱਥੇ ਮਕਾਨ ਉਸਾਰੀ ਉਹ ਕਰਤਾ, ਤੁਹਾਡਾ ਇਹਦਾ ਕਿਸ਼ਤ ਦੇ ਰੂਪ ਚ ਤੁਹਾਡੇ ਤੋਂ ਪੈਸਾ ਲੈ ਲਿਆ ਜਾਊਗਾ। ਜਦੋਂ ਸਰਕਾਰ ਦੀ ਕੋਈ ਪਾਲਿਸੀ ਆਊਗੀ, ਪਾਲਿਸੀ ਆਣੀ ਚਾਹੀਦੀ, ਸਭ ਦੇ ਲਈ ਬਰਾਬਰ ਆਣੀ ਚਾਹੀਦੀ ਹੈ। ਪਹਿਲੀ ਤਾਂ ਗੱਲ ਹੈ ਕਿ ਹਜ਼ਾਰਾਂ ਲੱਖਾਂ ਏਕੜ ਜਿਹੜੇ ਡੇਰੇ ਬਣੇ ਹੋਏ ਨੇ, ਜੇ ਚਾਹੇ ਬਿਆਸ ਵਾਲਾ ਬਣਿਆ ਹੈ, ਚਾਹੇ ਹੋਰ ਥਾਵਾਂ ਤੇ ਬਹੁਤ ਸਾਰੀਆਂ ਥਾਵਾਂ। ਸਰਕਾਰ ਡੇਰਿਆਂ ਤੋਂ ਪਹਿਲਾਂ ਪਰਮਿੰਦਰ ਜੀ ਆਪਣੇ ਪੀੜੀ ਥੱਲੇ ਸੋਟਾ ਫੇਰਦੇ ਨੇ। ਸ਼ਹਿਰਾਂ ਦੇ ਵਿੱਚ ਨਗਰ ਕੌਂਸਲ ਦੇ ਅਧੀਨ ਜਿੰਨੀ ਵਕਫ ਬੋਰਡ ਦੀਆਂ ਜ਼ਮੀਨਾਂ ਆਉਂਦੀਆਂ ਨੇ, ਸਾਰੀਆਂ ਐਮਸੀਆਂ ਨੇ ਨਗਰ ਕੌਂਸਲ ਨੇ ਦੱਬ ਕੇ ਰੱਖੀ ਹੋਈਆਂ। ਤੁਸੀਂ ਆਪ ਛਡਵਾ ਲਓ ਨਾ। ਬਿਲਕੁਲ ਪੋਲੀਟੀਸ਼ੀਅਨਾਂ ਨੇ ਦੱਬੀਆਂ ਹੋਈਆਂ ਨੇ। ਪੋਲੀਟੀਸ਼ੀਅਨਾਂ ਨੇ ਕਿੰਨੇ ਨੇ ਦੇਖੋ ਤੁਸੀਂ, ਮਹਿੰਗੀਆਂ ਥਾਵਾਂ ਕਿੰਨੀਆਂ ਨੇ ਦੱਬੀਆਂ ਹੋਈਆਂ ਨੇ। ਜੇਕਰ ਮੰਨ ਲਓ ਕਿਸੇ ਗਰੀਬ ਦਾ ਘਰ ਸੀ, ਉਸਨੇ 2 ਕਮਰੇ ਪਾਏ ਹੋਏ ਸੀ ਪੰਚਾਇਤੀ ਥਾਂ ਦੇ ਵਿੱਚ, 8-10 ਖਾਨ ਉਹਦੇ ਹੈ ਸੀ, ਤੁਸੀਂ 8-10 ਖਾਨ ਛਡਵਾ ਕੇ ਕਰ ਕੀ ਲਿਓਗੇ? ਇਹ ਗੱਲ ਤਾਂ ਸਾਰੀ ਇਹ ਹੈ ਨਾ। ਨਹੀਂ, ਗੱਲ ਉਹੀ ਆ ਗਈ ਫੇਰ ਵੀ, ਜੇ ਤੁਸੀਂ ਛਡਾਉਣਾ ਹੈ ਤਾਂ ਉੱਪਰੋਂ ਛਡਾਓ। ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪੌੜੀ ਉੱਪਰੋਂ ਸਾਫ਼ ਹੁੰਦੀ ਹੈ, ਥੱਲੇ ਥੋੜੀ ਹੁੰਦੀ ਹੈ। ਇਹ ਥੱਲੇ ਤੁਸੀਂ 2 4 10 15 20 50 100 ਲਾ ਲਓ, 1000 ਲਾ ਲਓ, ਘਰ ਢਾ ਕੇ ਕੀ ਕਰ ਲਓਗੇ? ਜਿਹੜੀ ਤੁਸੀਂ ਗੱਲ ਕਰਦੇ ਹੋ 2-4 ਖਾਨ ਕਿਸੇ ਦੇ ਪਾਏ ਹੋਏ ਤਾਂ ਢਾ ਕੇ ਕੀ ਕਰ ਲਓਗੇ? ਕੀ ਉੱਥੇ ਫੈਕਟਰੀਆਂ ਲੱਗ ਜਾਣਗੀਆਂ, ਉਦਯੋਗ ਲੱਗ ਜਾਣਗੇ, ਜਾਂ ਖੇਤੀਆਂ ਹੋਣ ਲੱਗ ਜਾਣਗੀਆਂ, ਉੱਥੇ ਬਹੁਤ ਵੱਡਾ ਪ੍ਰੋਜੈਕਟ ਲੱਗ ਜੂ? ਕੋਈ ਉਹ ਤਾਂ ਹੈ ਨਹੀਂ। ਜਿਨ੍ਹਾਂ ਕੋਲ ਲੱਖਾਂ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਜਿਨ੍ਹਾਂ ਨੇ ਦੱਬੀਆਂ ਹੋਈਆਂ ਨੇ, ਉਹ ਛਡਾ ਲਓ, ਇਹ ਤਾਂ ਆਪ ਹੀ ਛੱਡ ਦੇਣਗੇ। ਪਟਿਆਲੇ ਜ਼ਿਲ੍ਹੇ ਦੇ ਵਿੱਚ, ਲੁਧਿਆਣੇ ਜ਼ਿਲ੍ਹੇ ਦੇ ਵਿੱਚ, ਅੰਮ੍ਰਿਤਸਰ, ਬਠਿੰਡਾ, ਕਿੰਨੇ ਕਾਂਗਰਸ ਸਰਕਾਰ ਵੇਲੇ ਉਹ ਜ਼ਮੀਨਾਂ ਦੇ ਪ੍ਰੋਜੈਕਟ ਸੀ ਹਜ਼ਾਰਾਂ ਏਕੜ ਦੇ, ਜਿਨ੍ਹਾਂ ਤੇ ਸਕੈਮ ਹੋਏ। ਹੁਣ ਤੱਕ ਪ੍ਰੋਜੈਕਟ ਡਿਲੇ ਪਏ ਨੇ, ਪਿੰਡ ਵਾਲਿਆਂ ਨੂੰ ਪੈਸਾ ਨਹੀਂ ਮਿਲ ਰਿਹਾ। ਤੁਸੀਂ ਉੱਥੇ ਕੰਮ ਕਰ ਲਓ ਨਾ ਜਿੱਥੇ ਲੱਖਾਂ ਕਰੋੜਾਂ ਦਾ ਗਬਨ ਹੋਏ ਨੇ। ਬਿਲਕੁਲ, ਪਿੰਡ ਵਾਲਿਆਂ ਦੇ ਘਰ ਘਟਾਉਣ ਤੋਂ ਵੱਡੇ ਪ੍ਰਾਪਰਟੀ ਡੀਲਰ ਦੇਖੋ ਕਿੱਥੇ ਪਹੁੰਚ ਗਏ ਜੀ। ਅਰਬਾਂ ਰੁਪਏ ਦੀ ਜ਼ਮੀਨਾਂ ਖਰੀਦ ਕੇ ਬਣ ਗਏ, ਉਹਨਾਂ ਨੇ ਵੇਚਤੇ, ਨਾਲੇ ਵੇਚਤੇ, ਨਹਿਰਾਂ ਵੇਚਤੀਆਂ, ਪੁਰਾਣੇ ਖਾਲੇ ਵੇਚਦੇ। ਤੁਸੀਂ ਦੇਖੋ ਜ਼ਮੀਨਾਂ ਸਰਕਾਰੀ ਸ਼ਾਮ ਨਾਲ ਦੱਬ ਕੇ ਵੇਚਦੇ ਆ। ਉਹ ਉਹਨਾਂ ਦਾ ਕੋਈ ਲੇਖਾ ਜੋਖਾ ਹੀ ਨਹੀਂ ਹੈ। ਉਹਨਾਂ ਨੂੰ ਕੌਣ ਪੁੱਛ ਰਿਹਾ? ਉਹਨਾਂ ਨੂੰ ਕਿਉਂ? ਉਹ ਫੰਡ ਦੇ ਰਹੇ ਨੇ, ਤਕੜਾ ਪਾਰਟੀਆਂ ਨੂੰ ਫੰਡ ਜਾ ਰਿਹਾ, ਐਮਐਲਏ ਨੂੰ ਫੰਡ ਜਾ ਰਿਹਾ। ਜਾਣੀ ਕਿ ਜਿਹੜਾ ਪਿਛਲੀਆਂ ਸਰਕਾਰਾਂ ਵੇਲੇ 70 ਸਾਲ ਦੇ ਵਿੱਚ ਤੁਸੀਂ ਗੱਲ ਕਰਦੇ ਸੀ ਕਿ 70 ਸਾਲਾਂ ਦੇ ਵਿੱਚ ਹੁੰਦਾ ਆਇਆ, ਲੋਕ ਵੀ ਇਹ ਗੱਲ ਕਰਦੇ ਸੀ ਵੋਟ ਪਾਉਣ ਲੱਗੇ, ਉਹ ਆਮ ਆਦਮੀ ਪਾਰਟੀ ਫੇਰ ਦੁਬਾਰਾ ਉਹਨਾਂ ਲੀਹਾਂ ਤੇ ਆ ਗਈ ਹੈ। ਤੁਹਾਡੇ ਰਾਜ ਸਭਾ ਮੈਂਬਰ ਤੇ ਇਲਜ਼ਾਮ ਲੱਗਦੇ ਨੇ, ਨਾ ਸਰਕਾਰ ਨੇ ਨਾ ਰਾਜ ਸਭਾ ਮੈਂਬਰ ਨੇ ਅੱਜ ਤੱਕ ਸਫਾਈ ਦਿੱਤੀ ਕਿ ਲਵਲੀ ਪ੍ਰੋਫੈਸ਼ਨਲ ਜਿਹੜੀ ਯੂਨੀਵਰਸਿਟੀ ਹੈਗੀ ਹੈ LPU, ਉਹਦੇ ਹੇਠ ਜਿਹੜੀ ਜ਼ਮੀਨ ਹੈ, ਉਸ ਜ਼ਮੀਨ ਦਾ ਕੁਝ ਹਿੱਸਾ ਜਿਹੜਾ ਹੈਗਾ ਉਹ ਪੰਚਾਇਤੀ ਜ਼ਮੀਨ ਦਾ, ਉਹਦੇ ਤੁਸੀਂ ਸਫਾਈ ਨਹੀਂ ਦਿੱਤੀ। ਬਹੁਤ ਸਾਰੇ ਪ੍ਰਾਈਵੇਟ ਕਾਲਜ ਨੇ, ਬਹੁਤ ਸਾਰੇ ਏਦਾਂ ਦੇ ਇੰਸਟੀਟਿਊਸ਼ਨਸ ਨੇ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਦੇ ਉੱਤੇ ਬਣੇ ਹੋਏ ਨੇ। ਉਹਨਾਂ ਨੂੰ ਕਿਹਨਾਂ ਨੇ 99 ਸਾਲਾਂ ਦੀਆਂ ਲੀਜ਼ਾਂ ਤੇ ਦੇਤਾ? ਕਿਸ ਮਕਸਦ ਨਾਲ ਦੇਤਾ ਜੀ? ਕੀ ਉਸ ਇਲਾਕੇ ਨੂੰ ਉਹਦਾ ਬਣਦਾ ਹੱਕ ਮਿਲ ਰਿਹਾ? ਉੱਥੋਂ ਦੇ ਬੱਚਿਆਂ ਨੂੰ ਪੜ੍ਹਾਈ ਮੁਫਤ ਮਿਲ ਰਹੀ ਹੈ? ਪਰਸੈਂਟੇਜ ਕੋਈ ਹੈ ਏਦਾਂ ਦੀ ਕਿ ਇਸ ਇਲਾਕੇ ਨੇ ਸਾਨੂੰ ਜ਼ਮੀਨ ਦਿੱਤੀ ਹੈ, ਇਹਨਾਂ ਦੇ ਇੰਨੇ ਬੱਚੇ ਅਸੀਂ ਫ੍ਰੀ ਚ ਦਾਖਲਾ ਲਵਾਂਗੇ, ਫ੍ਰੀ ਚ ਪੜਾਵਾਂਗੇ? ਕੋਈ ਹੈ ਏਦਾਂ ਦਾ? ਨੌਕਰੀਆਂ ਲਈ ਕੁਛ ਹੈ ਰਿਜ਼ਰਵੇਸ਼ਨ ਏਦਾਂ ਦੀ ਵੀ ਇਸ ਇਲਾਕੇ ਦੇ ਲੋਕਾਂ ਨੇ ਸਾਨੂੰ ਜ਼ਮੀਨ ਦਿੱਤੀ ਹੈ, ਅਸੀਂ ਉਹਨਾਂ ਨੂੰ ਸਾਡੇ ਯੂਨੀਵਰਸਿਟੀ ਚ, ਸਾਡੇ ਕਾਲਜ ਦੇ ਵਿੱਚ ਜਾਂ ਇੰਸਟੀਟਿਊਸ਼ਨ ਦੇ ਵਿੱਚ ਅਸੀਂ ਨੌਕਰੀਆਂ ਦੇਵਾਂਗੇ? ਕੁਛ ਏਦਾਂ ਦਾ ਹੈ? ਉਹਨਾਂ ਨੂੰ ਕੀ ਲਾਭ ਹੈ? ਉਹ ਪੈਸਾ ਲੈ ਕੇ ਤੁਰ ਗਏ ਬੰਦੇ, ਮੰਤਰੀ ਸੰਤਰੀ ਜਿਹੜੇ ਹੈਗੇ ਸੀ ਸਾਈਨ ਕਰਾਉਣ ਵਾਲੇ, ਥੱਲੇ ਅਫਸਰਾਂ ਨੇ ਸਾਈਨ ਕਰਵਾ ਲਏ ਅਫਸਰਾਂ ਦੇ, ਤੇ ਲੀਜ਼ਾਂ ਦੇ ਕੇ ਬੈਠ ਗਏ। ਹੁਣ ਉਹ ਕਿਹਨਾਂ ਨੇ, ਕੌਣ ਛਡਾਊਗਾ ਉਹਨਾਂ ਨੂੰ? ਕੋਈ ਨਹੀਂ ਛਡਾਉਂਦਾ ਹੈਗਾ। ਇਹ ਇੱਕ ਕਹਿ ਲਓ ਕਿ ਬਹੁਤ ਵੱਡਾ ਸਕੈਮ ਹੈ ਇਹ। ਇਹਨੂੰ ਹੱਥ ਪਾਉਣਾ ਕੋਈ ਸੌਖਾ ਥੋੜੀ ਹੈ। ਨਹੀਂ, ਉਹ ਤਾਂ ਸਰਕਾਰ ਦੇਖੋ, ਸਰਕਾਰ ਕਹਿੰਦੀ ਸੀ ਲੈਂਡ ਮਾਫੀਆ ਤੇ ਅਸੀਂ ਕੰਮ ਕਰਾਂਗੇ, ਕੰਮ ਕਿੱਥੇ ਗਿਆ ਤੁਹਾਡਾ? ਸੈਂਡ ਮਾਫੀਆ ਤਾਂ ਤੁਸੀਂ ਕਹਿੰਦੇ ਸੀ ਕਿ ਸਾਨੂੰ ਪਤਾ ਪੰਜਾਬ ਦੀ ਜਿਹੜੀ ਇਨਕਮ ਕਿਵੇਂ ਵਧੂਗੀ। 20,000 ਕਰੋੜ ਰੁਪਏ ਅਰਵਿੰਦ ਕੇਜਰੀਵਾਲ ਦਾਅਵਾ ਕਰਦੇ ਸੀ ਰੇਤੇ ਦੇ ਵਿੱਚੋਂ ਕੱਢ ਦਾਂਗੇ 20,000 ਕਰੋੜ ਰੁਪਏ, ਤੇ ਜਿੰਨਾ ਰੇਤਾ ਅਕਾਲੀ ਦਲ ਦੇ ਵੇਲੇ ਮਹਿੰਗਾ ਸੀ ਉਸ ਤੋਂ ਦੁੱਗਣਾ ਹੋ ਗਿਆ ਕਾਂਗਰਸ ਦੇ ਵੇਲੇ। ਜਿੰਨਾ ਕਾਂਗਰਸ ਦੇ ਵੇਲੇ ਮਹਿੰਗਾ ਸੀ ਉਹਨਾਂ 8 ਮਹੀਨਿਆਂ ਦੇ ਵਿੱਚ ਮਹਿੰਗਾ ਹੋ ਗਿਆ। ਤੁਹਾਡਾ ਕਿੱਥੇ ਗਿਆ 20,000 ਕਰੋੜ? ਕਿਹੜੀ ਲੈਂਡ ਮਾਫੀਆ ਕਿੱਥੇ ਗਿਆ ਤੁਹਾਡਾ? ਖਤਮ ਕੀਤਾ ਗਿਆ? ਨਹੀਂ, ਕਿਹੜੀ ਲੈਂਡ ਮਾਫੀਆ, ਕਿਹੜਾ ਸੈਂਡ ਮਾਫੀਆ, ਕਿਹੜਾ ਮੁੱਕ ਗਿਆ ਜੀ? ਕਿਹੜੀ ਕੋਈ ਪਹਿਲਾਂ ਕਹਿੰਦੇ ਸੀ ਕੇਬਲ ਮਾਫੀਆ ਜੀ, ਟਰਾਂਸਪੋਰਟ ਮਾਫੀਆ ਜੀ, ਠੀਕ ਹੈ, ਉਹ ਢਾਬੇ ਤੱਕ ਹਵੇਲੀਆਂ ਕਬਜ਼ੇ ਨੇ ਜੀ, ਠੀਕ ਹੈ। ਉਹ ਦੱਸੋ ਕਿਹੜਾ ਛਡਾ? ਤੁਹਾਡੇ ਐਮਐਲਏ ਤੇ ਇਲਜ਼ਾਮ ਲੱਗਦੇ ਨੇ ਕਿ ਟਰੱਕ ਯੂਨੀਅਨਾਂ ਤੇ ਕਬਜ਼ੇ ਕਰ ਲਏ। ਬਿਲਕੁਲ ਕਬਜ਼ੇ ਕਰ ਰਹੇ ਨੇ। ਦੇਖੋ ਤਾਂ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਕਈ ਥਾਵਾਂ ਤੇ ਤਾਂ ਐਮਐਲਏ ਨੂੰ ਵੜਨ ਦਿੱਤਾ ਨਹੀਂ ਜਾ ਰਿਹਾ, ਪਿੰਡਾਂ ਦੇ ਵਿੱਚ ਐਂਟਰੀਆਂ ਬੰਦ ਕਰ ਰਹੇ ਨੇ ਲੋਕ। ਤੇ ਉਹ ਮਤਲਬ ਕਹਿਣ ਦਾ ਭਾਵ ਹੈ ਕਿ ਜਿਹੜੀ ਇੱਛਾ ਨਾਲ, ਜਿਹੜੀ ਅੰਦਰ ਮਨ ਦੇ ਵਿੱਚ ਇੱਕ
ਉਤਸ਼ਾਹ ਲੈ ਕੇ ਲੋਕਾਂ ਨੇ ਇਹ ਸਰਕਾਰ ਚੁਣੀ ਸੀ, ਉਹ ਕਿਤੇ ਨਾ ਕਿਤੇ ਹੁਣ ਫੇਲ ਹੋਣੀ ਨਜ਼ਰ ਆਣੀ ਸ਼ੁਰੂ ਹੋ ਗਈ ਹੈ ਕਿ ਫੇਲ ਹਰ ਫਰੰਟ ਤੇ ਹੁੰਦੀ ਨਜ਼ਰ ਆ ਰਹੀ ਹੈ। ਬਿਨਾਂ ਗੱਲ ਤੋਂ ਲੋਕਾਂ ਨੂੰ ਹਰਾਸ ਕੀਤਾ ਜਾ ਰਿਹਾ, ਤਨਖਾਹਾਂ ਨਹੀਂ ਦੇ ਪਾ ਰਹੇ ਲੋਕ, ਫਿਰ ਆਪਣੀਆਂ ਮੰਗਾਂ ਲੈ ਕੇ ਉਹੀ ਸੜਕਾਂ ਦੇ ਉੱਤੇ ਰੁਲ ਰਹੇ ਨੇ, ਟੈਂਕੀਆਂ ਤੇ ਚੜ ਰਹੇ ਨੇ, ਟਾਵਰਾਂ ਤੇ ਚੜ ਰਹੇ ਨੇ। ਕਿਹੜਾ ਬਦਲਾਅ ਹੈ ਕਿਤੇ ਨਹੀਂ ਪਤਾ ਲੱਗ ਰਿਹਾ। ਬਿਨਾਂ ਗੱਲ ਤੋਂ ਬਦਲੀ ਆ, ਬਿਨਾਂ ਗੱਲ ਤੋਂ ਇੰਸਟੀਟਿਊਸ਼ਨ ਚੱਕ ਕੇ ਤਬਦੀਲ ਕਰ ਦਿੱਤੇ ਗਏ ਆ। ਤਨਖਾਹਾਂ ਨੂੰ ਲੋਕ 8-8 10-10 ਮਹੀਨੇ ਹੋ ਗਏ ਲੋਕ ਰੁਲ ਰਹੇ ਆ, ਰੋ ਰਹੇ ਆ। ਕੋਈ ਫੋਨ ਨਹੀਂ ਚੱਕਦਾ, ਕੋਈ ਮੁਸ਼ਕਲ ਨਹੀਂ ਸੁਣਦਾ, ਨਾ ਕਿਤੇ ਵਿੱਤ ਮੰਤਰੀ ਦਾ ਕੋਈ ਬਿਆਨ ਸੁਣਿਆ ਜਾਂਦਾ ਕਿ ਕਿਹੜੀ ਨੀਤੀ ਤਹਿਤ ਕਿਹੜੀ ਪਾਲਿਸੀ ਲੈ ਕੇ ਤੁਸੀਂ ਪੰਜਾਬ ਦੀ ਆਰਥਿਕਤਾ ਨੂੰ ਸੁਧਾਰ ਕਰਦੇ ਹੋ। ਪੰਜਾਬ ਦੀ ਆਰਥਿਕਤਾ ਤਾਂ ਇਹ ਹੈ ਨਾ ਪਰਮਿੰਦਰ ਜੀ, ਜਦੋਂ ਤੁਸੀਂ 2.5 ਲੱਖ ਰੁਪਏ ਪਰ ਘੰਟੇ ਦਾ ਖਰਚ ਰਹੇ ਹੋ, ਗੁਜਰਾਤ ਦੇ ਵਿੱਚ ਤੁਸੀਂ ਉੱਥੇ ਲੱਖਾਂ ਕਰੋੜਾਂ ਰੁਪਇਆ ਉਡਾ ਕੇ ਆਏ ਹੋ। ਉਹ ਖਰਚੇ ਅਸਲ ਗੁਜਰਾਤ ਦੇ ਵਿੱਚ ਕਿਤੇ ਕਿਸ ਨੇ? ਐਮਐਲਏ ਨੇ ਖਰਚੇ ਕੀਤੇ, ਵਰਕਰਾਂ ਨੇ ਖਰਚੇ ਕੀਤੇ, ਸਰਕਾਰ ਨੇ ਖਰਚੇ ਕੀਤੇ। ਜਿਹੜਾ ਉੱਥੇ ਲੱਖਾਂ ਕਰੋੜਾਂ ਰੁਪਇਆ ਖਰਚਿਆ ਗਿਆ ਉਹ ਪੈਸਾ ਆਇਆ ਕਿੱਥੋਂ? ਸਵਾਲ ਤਾਂ ਇਹ ਪੈਦਾ ਹੁੰਦਾ ਨਾ। ਨਹੀਂ, ਸਵਾਲ ਤਾਂ ਬਥੇਰੇ ਪੈਦਾ ਹੁੰਦੇ ਨੇ ਗੁਰਜਿੰਦਰ ਜੀ। ਗੱਲਾਂ ਤਾਂ ਇਹੀ ਨੇ ਕਿ ਇਹਨਾਂ ਦਾ ਹੁਣ ਜਿਵੇਂ ਤੇਲ ਤੋਂ ਹੀ ਲੈ ਲਓ, ਖਰਚੇ ਤੋਂ ਲੈ ਲਓ, ਰਹਿਣ ਸਹਿਣ ਦੇ ਲੈ ਲਓ, ਵਰਕਰਾਂ ਦੇ ਖਰਚੇ ਲੈ ਲਓ, ਕੌਣ ਕਰ ਰਿਹਾ ਹੈ? ਵਰਕਰ ਕਰ ਰਹੇ ਨੇ, ਪਾਰਟੀ ਕਰ ਰਹੀ ਹੈ। ਜੇ ਪਾਰਟੀ ਕਰ ਰਹੀ ਹੈ ਤਾਂ ਕਿੱਥੋਂ ਆ ਰਿਹਾ ਪੈਸਾ? ਖਾਸ ਕਰ ਪੰਜਾਬ ਦੇ ਲੋਕ ਜਿਹੜਾ ਹਜੂਮ ਬੰਨ ਕੇ ਉੱਥੇ ਗਏ, ਪੰਜਾਬ ਦੇ ਸਾਰੇ ਐਮਐਲਏ ਉੱਠ ਕੇ ਉੱਥੇ ਚਲੇ ਗਏ, ਠੀਕ ਹੈ। ਉਹ ਖਰਚ ਕਿਹਦੇ ਸਿਰ ਤੇ ਪਾਉਂਗੇ? ਗੁਜਰਾਤ ਦੇ ਸਿਰ ਤੇ ਪਾਉਂਗੇ। ਉਹ ਪੈਸਾ ਹੈ ਕਿਹੜਾ? ਉਹ ਮਸਲਾ ਤਾਂ ਇਹ ਨਾ, ਪੈਸਾ ਕਿਹੜਾ ਪੈਸਾ? ਹਾਂ, ਜਿਹੜਾ ਚਲੋ ਪਾਰਟੀ ਫੰਡ ਤੋਂ ਲਾਇਆ ਕੱਢੋਗੇ। ਇੱਕ ਐਮਐਲਏ ਕਹਿੰਦਾ ਕਿ ਉੱਥੇ ਮੇਰਾ 10 ਦਿਨ ਦਾ ਰਹਿਣ ਦਾ ਸਾਡਾ 10 ਲੱਖ ਰੁਪਏ ਖਰਚ ਆ ਰਿਹਾ, ਤਾਂ ਤਨਖਾਹ ਤਾਂ ਤੁਹਾਡੀ 80,000 ਰੁਪਏ ਹੈ ਨਾ। ਤੁਸੀਂ 10 ਲੱਖ ਲੈ ਕੇ ਕਿੱਥੋਂ ਆ ਰਹੇ ਹੋ? ਸਵਾਲ ਤਾਂ ਪੈਦਾ ਹੋ ਜਾਂਦਾ। ਤੁਹਾਡਾ ਇੱਕ ਹਲਕਾ ਬਲਾਕ ਦਾ ਪ੍ਰਧਾਨ ਕਹਿੰਦਾ ਕਿ ਮੇਰਾ ਉੱਥੇ 4 ਦਿਨਾਂ ਦਾ ਖਰਚਾ 40,000 ਰੁਪਏ ਆ ਗਿਆ। ਉਹ ਪੈਸਾ ਆ ਕਿੱਥੋਂ ਰਿਹਾ ਤੁਹਾਡੇ ਕੋਲ? ਮਸਲਾ ਸਾਰਾ ਇਹ ਹੈ ਗੁਰਜਿੰਦਰ ਜੀ। ਹੁਣ 5 ਸਾਲ 4 ਸਾਲ ਜਾਂ ਸਾਲ 1.5 ਸਾਲ 2 ਸਾਲ ਦੀ ਲਾ ਲਓ, ਜੋ ਬਹੁਤਾ ਅੱਗੇ ਨਾ ਜਾਓ, 2.5 ਸਾਲ ਲਾ ਲਓ, ਚਲੋ ਟਰਮ 5 ਸਾਲ ਦੀ ਹੁੰਦੀ ਹੈ, 2.5 ਸਾਲ ਬਾਅਦ ਦੁਬਾਰਾ ਫੇਰ ਸਾਰੇ ਐਮਐਲਏ ਦੀ ਜਿਹੜੀ ਪ੍ਰਾਪਰਟੀ ਆ, ਬੈਂਕ ਬੈਲੈਂਸ ਸਾਰਿਆਂ ਦੇ 5 ਸਾਲ ਕਾ ਨੂੰ ਅੱਜੇ ਆਪਣਾ ਐਫੀਡੇਵਿਟ 2.5 ਸਾਲ ਕਰ ਲਓ ਤੁਸੀਂ। 2.5 ਸਾਲ ਤੋਂ ਬਾਅਦ ਐਫੀਡੇਵਿਟ ਦੇ ਹਿਸਾਬ ਨਾਲ ਮਿਲਾ ਕੇ ਦੇਖ ਲਓ, ਫਿਰ ਦੇਣ ਜਵਾਬ ਵੀ ਕਿੱਥੋਂ ਆਇਆ, ਕਿਵੇਂ ਇਹਨਾਂ ਨੇ ਕਿਹੜੀ ਖੇਤੀਆਂ ਕਰ ਲਈਆਂ, ਕਿਹੜੇ ਬਿਜ਼ਨਸ ਉਦਯੋਗ ਜਿਹੜੇ ਪੈਦਾ ਕਰ ਲਏ, ਜਿਹੜੇ ਕਿੱਥੋਂ ਆਏ, ਕਿਹਨਾਂ ਨੂੰ ਨਾਲ ਲੈ ਕੇ ਚੱਲੇ ਇਹ, ਤੇ ਇੰਨੀਆਂ ਪ੍ਰਾਪਰਟੀਆਂ ਕਿੱਥੋਂ ਬਣ ਗਈਆਂ। ਉਹ 2.5 ਸਾਲ ਬਾਅਦ ਦੁਬਾਰਾ ਫੇਰ ਜਨਤਾ ਦੇ ਸਾਹਮਣੇ ਬਕਾਇਦਾ ਤੌਰ ਤੇ ਐਫੀਡੇਵਿਟ ਸਾਹਮਣੇ ਨੂੰ ਹੋਊਗਾ ਵੀ ਕਿ ਜਦੋਂ ਸਤਿੰਦਰ ਜੈਨ ਦੇ ਘਰੋਂ 3 ਕਰੋੜ ਰੁਪਇਆ ਕੈਸ਼ ਫੜਿਆ ਜਾਂਦਾ ਤਾਂ ਉਹਦਾ ਵੀ ਪਰਮਿੰਦਰ ਜੀ ਕੀ ਹੋ ਗਿਆ? ਕੁਛ ਨਹੀਂ, ਮਸਲਾ ਤਾਂ ਇਹ ਸਾਰਾ। ਨਹੀਂ, ਗੱਲ ਇਹ ਹੈ ਕਿ ਲੋਕਾਂ ਨੂੰ ਤਾਂ ਸਮਝ ਆਊਗੀ ਨਾ। ਜਿਹੜੀ ਗੱਲ ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਕੁਝ ਹੀ ਕੋਰਟਾਂ ਦੇ ਵਿੱਚ ਜਾ ਕੇ ਖਤਮ ਹੋਵੇ। ਇੱਕ ਗੱਲ ਇਹ ਵੀ ਹੁੰਦੀ ਕਿ ਲੋਕ ਵੀ ਫਤਵਾ ਦੇਣ ਜਾਣਦੇ ਆ। ਜੇ ਲੋਕ ਅਦਾਲਤ ਦੇ ਵਿੱਚ ਕੋਈ ਗੱਲ ਇਦਾਂ ਪਰ ਅਗਲੇ ਤਾਂ ਕਹਿੰਦੇ ਨੇ ਨਾ, ਇੱਕ ਵਾਰੀ ਸਾਡੀ ਸਰਕਾਰ ਬਣਾਣੀ ਸੀ, ਅਸੀਂ ਬਣਾਤੀ, ਫਤਵੇ ਨੂੰ ਕੀ ਕਰੋਗੇ? ਨਹੀਂ, ਉਹ ਫਿਰ ਗੱਲ ਤਾਂ ਉਹੀ ਆ ਜਾਂਦੀ ਹੈ। ਅਗਲੇ ਵਾਰ ਹੋਰ ਨਵੇਂ ਆ ਜਾਣਗੇ, ਉਹ ਕਹਿਣਗੇ ਅਸੀਂ ਇੱਕ ਵਾਰ ਬਣਨਾ ਸੀ, ਅਸੀਂ ਬਣ ਗਏ, ਫਿਰ ਹੋਰ ਨਵੇਂ ਆ ਜਾਣਗੇ। ਨਹੀਂ, ਇਹ ਸਿਸਟਮ ਨਹੀਂ ਹੁੰਦਾ। ਗੱਲ ਹੁੰਦੀ ਹੈ ਕਿ ਜਦੋਂ ਕੋਈ ਆ ਜਾਊਗਾ ਦੁਬਾਰਾ, ਉਹਨੂੰ ਪਤਾ ਲੱਗੂਗਾ ਕਿ ਜੇ ਕੋਈ ਸੁਹਿਰਦ ਬੰਦਾ ਆਊਗਾ, ਬੈਠੂਗਾ ਗੰਭੀਰ ਹੋ ਕੇ, ਚਿੰਤਕ ਬਣ ਕੇ ਬੈਠੂਗਾ, ਪੰਜਾਬ ਲਈ ਕੁਝ ਕਰੂਗਾ, ਤਾਂ ਦੁਬਾਰਾ ਵੀ ਆਏਗਾ ਉਹ। ਇਹ ਨਹੀਂ ਗੱਲ ਹੁੰਦੀ ਕਿ ਸਾਰੇ ਉਦਾਂ ਦੇ ਨਹੀਂ ਹੁੰਦੇ ਕਿ ਸਾਰੇ ਇੱਕੋ ਥਾੜੀ ਦੇ ਚੱਟੇ ਵੱਟੇ ਹੋ ਕੇ ਨਿਬੜਦੇ। ਕਿਤੇ ਨਾ ਕਿਤੇ ਕਿਸੇ ਮੁਕਾਮ ਤੇ ਜਾ ਕੇ ਗੱਲ ਟੁਕਦੀ ਹੁੰਦੀ ਹੈ। ਹਰੇਕ ਆਪਾਂ ਕਹਿ ਲਓ ਕਿ ਰਾਜ ਸੁਪਰਮਿੰਦਰ ਜੀ, ਜਦੋਂ ਹਰ ਇੱਕ ਐਮਐਲਏ ਜਿਹੜਾ ਜਿੱਤਣ ਲਈ ਚੋਣ ਲੜਦਾ, ਉਹ ਘੱਟੋ 5 ਤੋਂ ਲੈ ਕੇ 7 ਕਰੋੜ ਰੁਪਏ ਤੱਕ ਖਰਚ ਕਰਦਾ। ਜਦੋਂ 7 ਕਰੋੜ ਰੁਪਏ ਇੱਕ ਕੌਂਸਟੀਚਿਊਂਸੀ ਤੇ ਉਹ ਬੰਦਾ ਲਾ ਰਿਹਾ, ਤਾਂ ਕਮਾਊਗਾ ਕਿਉਂ ਨਹੀਂ? ਕਿਉਂਕਿ ਇਹ ਤਾਂ ਹੁਣ ਲੋਕ ਵੀ ਏਦਾਂ ਦੇ ਨੇ ਤੇ ਸਿਸਟਮ ਵੀ ਏਦਾਂ ਦਾ। ਗੱਲ ਤਾਂ ਇਹ ਹੈ ਨਾ ਕਿ ਹੁਣ ਜਿਹੜਾ ਬੰਦਾ ਜਿੱਤਣ ਲਈ ਆ ਰਿਹਾ ਤੇ ਜਿੱਤਣ ਦੇ ਲਈ ਉਹ 7 ਤੋਂ 8 ਕਰੋੜ ਰੁਪਏ ਲਾਉਣ ਦੇ ਲਈ ਤਿਆਰ ਹੈ, ਤੇ ਲਾ ਵੀ ਦਿੰਦਾ ਉਹ ਵਿਅਕਤੀ, ਫਿਰ ਕਮਾਊਗਾ ਕਿਉਂ ਨਹੀਂ? ਉਹ ਮਸਲਾ ਤਾਂ ਸਾਰਾ ਇਹ ਹੈ ਨਾ। ਸੰਵਿਧਾਨਕ ਤੌਰ ਤੇ ਹੋਣਾ ਚਾਹੀਦਾ ਕਿ ਉਹਦੇ ਕੋਲ 7-8 ਕਰੋੜ ਕਿੱਥੋਂ ਆਇਆ ਲਾਉਣ ਲਈ। ਚੋਣ ਲੜਨ ਵਾਲੇ ਦਾ ਪਹਿਲਾਂ ਸਭ ਤੋਂ ਪਹਿਲਾਂ ਇੱਕ ਕਹਿ ਲਓ ਜਿਵੇਂ ਮੁਆਇਨਾ ਹੁੰਦਾ ਨਾ, ਡਾਕਟਰੀ ਮੁਆਇਨਾ ਕਹਿ ਲਓ, ਆਪਾਂ ਸਰੀਰਕ ਤੌਰ ਤੇ ਕਰਾਉਂਦੇ ਆ, ਇਸੇ ਤਰ੍ਹਾਂ ਉਹਦੀ ਜਾਇਦਾਦਾਂ ਦਾ, ਉਹਦੇ ਸਾਰੇ ਸੋਰਸਸ ਦਾ ਕਰਾਊਗਾ ਕੌਣ? ਉਹ ਸਰਕਾਰ ਕਰਾਵੇ, ਜਿਹੜੀ ਸੈਂਟਰ ਤੇ ਬੈਠੀ ਉਹ ਕਰਾਵੇ, ਚੋਣ ਕਮਿਸ਼ਨ ਕਰਾਵੇ, ਏਜੰਸੀਆਂ ਨੇ, ਕੋਰਟਸ ਨੇ ਜਿਹੜੀਆਂ ਉਹ ਕਰਵਾ ਸਕਦੀਆਂ ਨੇ, ਅਧਿਕਾਰ ਹੈਗੇ ਨੇ। ਲੇਕਿਨ ਇਹ ਗੱਲ ਕਿਤੇ ਨਾ ਕਿਤੇ ਆ ਕੇ ਉੱਠੇਗੀ, ਬਣੇਗਾ। ਏਦਾਂ ਨਹੀਂ ਹੁੰਦਾ ਕਿ ਚਲੋ ਹੁਣ ਸਮਾਂ ਸੀ, ਕੱਲ ਕੁਛ ਹੋਰ ਸੀ, ਅੱਜ ਕੁਛ ਹੋਰ ਹੈ, ਚੇਂਜਸ ਆ ਰਹੀਆਂ ਨੇ, ਇਨਕਲਾਬ ਆਉਂਦਾ ਹੈ ਇੱਕ ਤਰ੍ਹਾਂ ਦਾ। ਇੱਕਦਮ ਤਾਂ ਨਹੀਂ, ਉਹਨਾਂ ਦਾ ਵੀ ਕਸੂਰ ਨਹੀਂ ਨਾ ਹੈਗਾ। ਜਦੋਂ ਪੰਜਾਬ ਦੇ ਵਿੱਚ ਕਿੰਨੇ ਉਹ ਸੁਹਿਰਦ ਬੰਦੇ ਸੀ ਜਿਹੜੇ ਪੰਜਾਬ ਦੇ ਭਲੇ ਲਈ ਖੜੇ ਹੋਏ, ਤੁਸੀਂ ਵੋਟਾਂ ਪਾਈਆਂ। ਗੱਲ ਤਾਂ ਇਹ ਹੈ ਨਾ ਸਾਰੀ, ਤੁਸੀਂ ਵੋਟ ਤਾਂ ਉੱਥੇ ਪਾਣੀ ਹੈ ਜਿਹੜਾ ਬੰਦਾ ਤੁਹਾਨੂੰ ਸ਼ਰਾਬ ਦਊਗਾ, ਭੁੱਕੀ ਦਊਗਾ, ਤੁਹਾਨੂੰ ਮੁਫਤ ਦੀਆਂ ਚੀਜ਼ਾਂ ਦਊਗਾ, ਫਿਰ ਰੋਣਾ ਕਾਹਦਾ? ਫਿਰ ਉਹ ਸਥਿਤੀ ਪੈਦਾ ਕਰੀ ਗਈ ਹੈ, ਉਹ ਇਹਨਾਂ ਨੇ ਪੈਦਾ ਕੀਤੀ ਹੈ। ਜਿਹੜੇ ਗਲਤ ਜਿਹੜੇ ਪੋਲੀਟੀਸ਼ੀਅਨ ਨੇ, ਗਲਤ ਰਾਜਨੀਤੀ ਕਰਦੇ ਨੇ, ਉਹਨਾਂ ਨੇ ਇਹ ਸਥਿਤੀ ਪੈਦਾ ਕੀਤੀ ਗਈ ਹੈ ਕਿ ਇਹਨਾਂ ਲੋਕਾਂ ਨੂੰ ਇੰਨੇ ਕੁ ਤੱਕ ਰੱਖੋ ਕਿ ਸ਼ਾਮ ਨੂੰ ਤੁਹਾਡੇ ਪੈਰਾਂ 'ਚ ਬੈਠੇ ਹੋਣ, ਰੋਟੀ ਚਾਹੀਦੀ ਹੈ, ਦਾਰੂ ਚਾਹੀਦੀ ਹੈ, ਖਾਣ ਪੀਣ ਨੂੰ ਚਾਹੀਦਾ ਹੈ।
ਉਹ ਤੁਹਾਡੇ ਪੈਰਾਂ 'ਚ ਬੈਠਣ, ਸਵੇਰੇ ਤੁਸੀਂ ਉਹਨਾਂ ਦਾ ਹੱਥ ਫੜ ਕੇ ਵੋਟ ਪਵਾ ਲਓ, ਉਹ ਤੋਂ ਬਾਅਦ 4 ਡਾਂਗਾ ਮਾਰੋ, ਭਜਾ ਦਿਓ। ਉਹ ਚੀਜ਼ ਹੈ, ਇਹਨਾਂ ਵੱਲੋਂ ਪੈਦਾ ਕੀਤੀ ਗਈ ਹੈ, ਪਰ ਉਹ ਲੋਕ ਹੁਣ ਸਮਝਣਗੇ, ਉਹ ਸਮਝ ਵੀ ਰਹੇ ਨੇ। ਹੌਲੀ ਹੌਲੀ ਮੋੜ ਆਊਗਾ, ਵੀ ਬਦਲਾਅ ਵੀ ਆਊਗਾ, ਪਰ ਗੱਲ ਇਹ ਹੈ ਕਿ ਜਿਹੜਾ ਬਦਲਾਅ ਲੈ ਕੇ ਆਉਣਾ ਚਾਹੁੰਦੇ ਸੀਗੇ ਲੋਕ, ਉਹ ਫਿਲਹਾਲ ਨਹੀਂ ਦਿਸ ਰਿਹਾ। ਨਹੀਂ, ਉਹ ਤਾਂ ਖੈਰ ਪਹਿਲਾਂ ਵੀ ਭੁਲੇਖਾ ਸੀ, ਜਿਵੇਂ ਰੇਗਿਸਤਾਨ ਦੇ ਵਿੱਚ ਦੂਰ ਪਾਣੀ ਦਿਖਦਾ ਹੁੰਦਾ, ਉਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਦਾ ਬਦਲਾਅ ਸੀ। ਸੋ ਤੁਸੀਂ ਖਬਰ ਦੇ ਵਿਚਾਰ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਜੀ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਅੱਜ ਦੀਆਂ ਪ੍ਰਮੁੱਖ ਖਬਰਾਂ ਤੇ ਵਿਚਾਰ ਚਰਚਾ ਕੀਤੀ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਪੰਜਾਬੀ ਤੇ। ਧੰਨਵਾਦ।